ਕਿਸੇ ਵੀ ਵਿਅਕਤੀ ਨੇ ਜੇਕਰ ਬਾਦਲ ਪਰਿਵਾਰ ਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਉਸ ਬੇਅਦਬੀ ਦਾ ਦੇ ਉੱਤੇ ਕਿਸੇ ਨੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ ਗੁਰੂ ਸਾਹਿਬ ਨੇ ਨਤਾਰਾ ਕਰਨਾ ਹੈ। ਔਰ ਜਿਸ ਮੁੱਖ ਮੰਤਰੀ ਨੇ ਇਸ ਦੇ ਉੱਤੇ ਦੇਰੀ ਕੀਤੀ ਹੈ, ਉਸ ਨੂੰ ਖਮਿਆਜਾ ਭੁਗਤਣਾ ਪੈ ਗਿਆ। ਗਰੇਵਾਲ ਸਾਹਿਬ, ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਪਰਿਵਾਰ, ਇਹ ਪਿਓ ਪੁੱਤ ਲਈ ਨਾ ਇੰਨਾ ਚੂਜੋ। ਜੇ ਚੂਜਣਾ ਹੈ ਤਾਂ ਆਪਾਂ ਇਹ ਜੇ ਉਹ ਪੰਜਾਬ ਦੇ ਵਿੱਚੋਂ ਨਿਕਲੀ ਆਵਾਜ਼, ਉਸ ਨੂੰ ਆਪਾਂ ਪੂਰਾ ਕਰਨ ਲਈ ਚੂਜੀਏ। ਉਸ ਤੋਂ ਬਾਅਦ ਕੈਪਟਨ ਸਾਹਿਬ ਦੇ ਇਲਜ਼ਾਮ ਲੱਗੇ ਕਿ ਇਹਨਾਂ ਨਾਲ ਰਲ ਕੇ ਸਾਰਾ ਪਰਦਾ ਪਾ ਰਿਹਾ, ਤੇ ਕੈਪਟਨ ਸਾਹਿਬ ਦਾ ਵੀ ਕੋਈ ਸੋਚ ਨਹੀਂ ਸੀ ਸਕਦਾ ਕਿ ਐਸੇ ਹਾਲਾਤ ਕੈਪਟਨ ਸਾਹਿਬ ਦੇ ਆ ਜਾਣਗੇ ਕਿ ਵੀ ਕੈਪਟਨ ਸਾਹਿਬ ਐਡਾ ਰਸਵਾਈ ਦੇ ਨਾਲ ਬਾਹਰ ਹੋ ਜਾਣਗੇ ਪਹਿਲਾਂ ਹੀ, ਪਾਰੀ ਪੂਰੀ ਹੋਣ ਤੋਂ ਪਹਿਲਾਂ ਹੀ। ਸੋ ਐਸੇ ਤਰੀਕੇ ਦੇ ਨਾਲ ਜੇ ਚਰਨਜੀਤ ਸਿੰਘ ਚੰਨੀ ਵੀ ਇਹੀ ਖੇਡ ਖੇਡਣਗੇ ਤੇ ਉਹਨਾਂ ਦਾ ਅਸਰ ਵੀ ਇਹੀ ਹੋਏਗਾ। ਜੇਕਰ ਉਹ ਧਿਆਨ ਦੇ ਵਿੱਚ ਕੋਈ ਰੁਕਾਵਟ ਆਪਣਾ ਪੈਦਾ ਕਰਨਗੇ, ਕੋਈ ਮਨ ਦੇ ਵਿੱਚ ਖੋਟ ਲੈ ਕੇ ਚੱਲਣਗੇ, ਤੇ ਜਿਹੜੀ ਕਲਾ ਵਾਹਿਗੁਰੂ ਜੀ ਕੀ ਵਰਤੇ ਆ, ਉਹ ਵਰਤ ਰਹੀ ਹੈ ਕਲਾ, ਉਹ ਸਾਨੂੰ ਦਿਖ ਰਹੀ ਹੈ ਸਾਹਮਣੇ, ਲੇਕਿਨ ਅਸੀਂ ਉਹਨੂੰ ਅੰਡਰਸਟੈਂਡ ਹੀ ਨਹੀਂ ਕਰ ਪਾ ਰਹੇ। ਬਿਲਕੁਲ ਸਪਸ਼ਟ ਹੈ ਇਸ ਗੱਲ ਤੇ ਕਿ ਕੋਈ ਵੀ ਵਿਅਕਤੀ, ਜਿਹੜਾ ਵੀ ਵਿਅਕਤੀ, ਭਾਵੇਂ ਮੇਰਾ ਹੋਵੇ, ਮੇਰਾ ਲੀਡਰ ਹੋਵੇ, ਕੋਈ ਵੀ ਜਿੱਡਾ ਮਰਜ਼ੀ ਹੋਵੇ, ਮੈਂ ਨਾ ਤਾਂ ਉਹਨੂੰ ਬਚਾਊਂਗਾ ਤੇ ਨਾ ਹੀ ਬਚ ਸਕਦਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜਿਹੜੀਆਂ ਜੁੜੀਆਂ ਮੰਦਭਾਗੀਆਂ ਘਟਨਾਵਾਂ ਹੈ, ਉਹਨਾਂ 'ਚ ਨਿਆਂ ਦਿਵਾਉਣ ਦੇ ਮੁੱਦੇ ਤੇ ਨਵੇਂ ਸਿਰੇ ਤੋਂ ਇੱਕ ਆਵਾਜ਼ ਉੱਠੀ ਹੈ। ਇਸ ਮੁੱਦੇ ਤੇ ਉਭਾਰ ਆਇਆ। ਸਵਾਲ ਹੈ ਕਿ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਮਾਮਲਾ ਨਿਆਂ ਦਿਵਾਉਣ ਦਾ ਨਹੀਂ, ਸਗੋਂ ਕਾਂਗਰਸ ਪਾਰਟੀ ਤੇ ਸਰਕਾਰ ਇਸ ਮੁੱਦੇ ਤੇ ਕਰ ਰਹੀ ਹੈ ਰਾਜਨੀਤੀ। ਔਰ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਮਕਸਦ ਸਿਰਫ ਇੱਕੋ ਇੱਕ ਹੈ ਕਿ ਬਾਦਲਾਂ ਨੂੰ ਜੇਲ੍ਹ 'ਚ ਕਿਵੇਂ ਸੁੱਟਿਆ ਜਾਏ। ਕੌਣ ਸਹੀ ਹੈ, ਕੌਣ ਰਾਜਨੀਤੀ ਕਰ ਰਿਹਾ ਹੈ? ਇੱਕ ਜਰਨਲਿਸਟ ਤੇ ਐਂਕਰ ਦੇ ਤੌਰ ਤੇ ਮੈਂ ਲਵਾਂਗਾ ਸਵਾਲ, ਮੁਅੱਜ਼ਜ਼ ਮਹਿਮਾਨ ਇਹਨਾਂ ਮੁੱਦਿਆਂ ਤੇ ਦੇਣਗੇ ਜਵਾਬ। ਮੇਰੇ ਨਾਲ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਸਾਡੇ ਜਿਹੜੇ ਕਦਾਵਾਰ ਰਿਸਪੈਕਟੇਬਲ ਮਹਿਮਾਨ ਜੁੜ ਚੁੱਕੇ ਹੈ। ਰਿੰਪਲ ਮਿੱਡਾ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਨੇ। ਦਰਸ਼ਕਾਂ ਦੇ ਧਿਆਨੰਤ, ਮਿੱਡਾ ਜੀ ਕਾਫੀ ਦੇਰ ਬਾਅਦ ਚੈਨਲ ਤੇ ਸਾਡੇ ਨਾਲ ਜੁੜੇ ਹੈ। ਸਾਡੇ ਨਾਲ ਦੂਜੇ ਮਹਿਮਾਨ ਸਾਹ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹੈ, ਅਕਾਲੀ ਦਲ ਦੇ ਬੁਲਾਰੇ ਹੈ। ਗਰੇਵਾਲ ਜੀ ਵੀ ਇਤਫਾਕਨ ਕਾਫੀ ਦੇਰ ਬਾਅਦ ਸਾਡੇ ਨਾਲ ਪੈਨਲ ਤੇ ਜੁੜ ਰਹੇ ਹੈ। ਸਾਡੇ ਨਾਲ ਤੀਜੇ ਮਹਿਮਾਨ ਅਮਰਿੰਦਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹੈ, ਜਾਣੀ ਪਹਿਚਾਣੀ ਹਸਤੀ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਚੈਨਲ ਤੇ ਆਉਣ ਲਈ, ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਗਰੇਵਾਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੀ ਟੀਮ ਨੇ ਅਹੁਦਾ ਸੰਭਾਲਣ ਤੋਂ ਬਾਅਦ ਜਿਨ੍ਹਾਂ ਮੁੱਦਿਆਂ ਤੇ ਗੱਲ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਚੇਚੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਿਆਂ ਦਿਵਾਵਾਂਗੇ। ਪਰ ਦੂਜੇ ਪਾਸੇ ਜਿੱਦਾਂ ਮੈਂ ਕਮੈਂਟ ਕੀਤੇ ਆ, ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਸਾਰਾ ਛੜਯੰਤਰ ਜਿਹੜਾ ਹੈਗਾ ਬਾਦਲਾਂ ਨੂੰ ਜੇਲ੍ਹ ਸੁੱਟਣ ਦੇ ਲਈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਦੱਸੋ ਕਿ ਮੈਂ ਕਿੱਥੇ ਆਵਾਂ। ਇਸ ਨੀਅਤ ਤੇ ਨੀਤੀ ਨੂੰ ਕਿਵੇਂ ਦੇਖਦੇ ਹੋ ਗਰੇਵਾਲ ਜੀ ਤੁਸੀਂ? ਸਾਹਿਬ ਬਹੁਤ ਤੁਹਾਡਾ ਧੰਨਵਾਦ ਕਿ ਸਾਡੇ ਪੁਰਾਣੇ ਮਿੱਡਾ ਸਾਹਿਬ ਨੂੰ, ਅਮਰਿੰਦਰ ਜੀ ਨੂੰ ਤੁਸੀਂ ਮੇਲ ਕਰਾਇਆ। ਮਿਹਰਬਾਨੀ। ਤੁਸੀਂ ਬੜੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਇਸ ਗੱਲ ਲਈ ਇੱਛਾ ਜ਼ਾਹਰ ਕੀਤੀ ਹੈ ਕਿ ਬੜੀ ਦੇਰ ਬਾਅਦ ਆਏ ਹੋ। ਮਿਹਰਬਾਨੀ, ਤੁਸੀਂ ਡਿਜ਼ਰਵ ਕਰਦੇ ਹੋ, ਹੱਕਦਾਰ ਹੋ ਤੁਸੀਂ। ਕਾਬਲ ਪੱਤਰਕਾਰ ਹੋ ਤੁਸੀਂ, ਬਹੁਤ ਵਧੀਆ ਗੱਲ ਕੀਤੀ ਹੈ। ਇਹ ਗੱਲ ਜਿਹੜੀ ਆ ਮੇਰੇ ਤੋਂ ਪੁੱਛਣ ਦੀ ਲੋੜ ਨਹੀਂ, ਜਿਹੜੀ ਗੱਲ ਚੱਲ ਰਹੀ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਕ ਬਹੁਤ ਮੰਦਭਾਗੀ ਘਟਨਾ ਹੈ, ਤੇ ਜੋ ਅੱਜ ਤੱਕ ਵਾਪਰ ਰਹੀ ਹੈ, ਤੇ ਅੱਜ ਵੀ ਸ੍ਰੀ ਆਪਣੇ ਕੇਸਗੜ੍ਹ ਸਾਹਿਬ, ਤਖਤ ਸਾਹਿਬ ਵਿਖੇ ਜੋ ਕੁਛ ਗੱਲਬਾਤ ਹੋਈ ਹੈ, ਬਹੁਤ ਮਾੜੀ ਹੈ। ਖਾਸ ਤੌਰ ਤੇ ਉਦੋਂ ਹੋਰ ਮਾੜੀ ਹੋ ਜਾਂਦੀ ਹੈ ਜਦੋਂ ਇਹਦੇ ਤੇ ਸਿਆਸਤ ਹੁੰਦੀ ਹੈ, ਵੋਟਾਂ ਦੇ ਵਾਸਤੇ ਰਾਜਨੀਤੀ ਕੀਤੀ ਜਾਂਦੀ ਹੈ। ਪਿਛਲੀ ਅਕਾਲੀ ਸਰਕਾਰ ਦੇ ਸਮੇਂ ਇਹ ਜਿਹੜੀ ਮੰਦਭਾਗੀ ਘਟਨਾ ਵਾਪਰੀ, ਰਾਜ ਸਾਡਾ ਸੀ। ਅਸੀਂ ਇਸ ਗੱਲ ਦੇ ਲਈ ਕੀ ਕਹੀਏ ਵੀ ਜਾਣੀ ਅਸੀਂ ਸਾਡੀ ਇਹ ਨਲਾਇਕੀ ਕਹਿ ਲਓ ਕਿ ਉਸ ਸਮੇਂ ਦੇ ਵਿੱਚ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਸੀਂ ਫੜ ਕੇ ਸਜ਼ਾ ਨਾ ਦੇ ਸਕੇ। ਉਸ ਗੱਲ ਦਾ ਰੋਸ ਜਿਹੜਾ ਸੀ ਸੰਗਤ ਦਾ, ਉਹ ਅਸੀਂ ਝੋਲੀ ਵੀ ਪਵਾਇਆ।
ਤੇ ਸੰਗਤ ਸਾਡੇ ਨਾਲ ਜਿਵੇਂ ਕਹਿੰਦੇ ਹੁੰਦੇ ਆ ਉਹਨਾਂ ਦਾ ਗੁੱਸਾ ਸਾਡੇ ਪ੍ਰਤੀ ਆਇਆ, ਪਰ ਅਸੀਂ ਝੋਲੀ ਪਵਾਇਆ। ਉਹ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਗੱਲ ਦਾ ਰੌਲਾ ਪੈਂਦਾ ਰਿਹਾ ਕਿ ਅਕਾਲੀ ਦਲ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੈ। ਉਦੋਂ ਬਾਅਦ ਜਿਹੜੀ ਸਰਕਾਰ ਆਈ, ਉਹ ਸਰਕਾਰ ਦਾ ਏਜੰਡਾ ਹੀ ਇਹ ਸੀਗਾ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦੇਵਾਂਗੇ। ਸੋ ਕੈਪਟਨ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਜਿਹੜੇ ਅੱਜ ਵੀ ਬਹੁਤ ਵਾਰ ਤਸਵੀਰ ਤੁਸੀਂ ਟੀਵੀ ਤੇ ਦੇਖਦੇ ਹੋ, ਗੁਟਕਾ ਸਾਹਿਬ ਦੀ ਸਹੁੰ ਖਾਂਦੇ ਨੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਇਹ ਗੱਲ ਕਰਦੇ ਨੇ। ਮੈਂ ਇਹ ਗੱਲ ਕਹਿਣਾ ਕਿ ਬਿਲਕੁਲ ਇਹ ਜਿਹੜੇ ਲੋਕ ਇਹ ਗੱਲ ਕਹਿੰਦੇ ਆ, ਅਸੀਂ ਕਹਿੰਦੇ ਚੰਗੀ ਗੱਲ ਆ, ਪਰ ਇਸ ਗੱਲ ਦੇ ਵਿੱਚ ਮਨਸ਼ਾ ਸਹੀ ਹੋਣੀ ਚਾਹੀਦੀ ਆ, ਭਾਵਨਾ ਜਿਹੜੀ ਆ ਉਹ ਗਲਤ ਨਹੀਂ ਹੋਣੀ ਚਾਹੀਦੀ। ਜੋ ਕੁਛ ਕੀਤਾ 4.5 ਸਾਲ ਦੇ ਅੰਦਰ ਤੁਹਾਡੇ ਸਾਹਮਣੇ ਪਤਾ, ਜੋ ਕੁੰਵਰ ਵਿਜੇ ਪ੍ਰਤਾਪ ਵਰਗਾ ਬੰਦਾ ਇੱਥੇ ਲਿਆ ਕੇ ਉਹਦੀ ਸਿੱਟ ਬਣਾ ਕੇ ਉਹਦੇ ਤੋਂ ਨਸ਼ਰ ਕਰਵਾ ਕੇ ਧੱਕੇ ਨਾਲ ਕਿਸੇ ਨਾ ਕਿਸੇ ਢੰਗ ਨਾਲ ਕੋਈ ਹੀਲਾ ਵਰਤਿਆ ਜਾਵੇ ਕਿ ਅਕਾਲੀ ਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦਾ ਨਾਂ ਉਹਦੇ 'ਚ ਲਿਆਂਦਾ ਜਾਵੇ। ਨਹੀਂ, 4.5 ਸਾਲ ਨਹੀਂ, ਪੌਣੇ 5 ਸਾਲ ਹੀ ਹੋ ਗਏ ਇਸ ਗੱਲ ਸਫਲ ਨਾ ਹੋਈ। ਚਲੋ ਕਾਂਗਰਸ ਨੇ, ਮਿੱਡਾ ਸਾਹਿਬ ਗੁੱਸਾ ਕਰਨਗੇ ਮੇਰੀ ਗੱਲ ਦਾ, ਕਾਂਗਰਸ ਨੇ 4.5 ਸਾਲ ਦੀ ਨਾਕਾਮੀ ਦਾ ਠੀਕਰਾ ਜਿਹੜਾ ਕੈਪਟਨ ਸਾਹਿਬ ਦੇ ਸਿਰ ਭੰਨਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਨਵੇਂ ਸਿਰੇ ਤੋਂ ਪਾਰੀ ਸ਼ੁਰੂ ਕਰਨ ਲੱਗੇ ਹਾਂ, ਜਿਹਦੇ ਕਿ ਸਿਰਫ ਤੇ ਸਿਰਫ 100 ਦਿਨ ਬਾਕੀ ਬਚੇ ਨੇ। ਉਸ ਪਾਰੀ ਦੇ ਵਿੱਚ ਹਾਲੇ ਤੱਕ ਇਹਨਾਂ ਦਾ ਇਹੀ ਨਹੀਂ ਲੋਟ ਆ ਰਿਹਾ ਕਿ ਉਹ ਮੰਤਰੀ ਕੌਣ ਬਣੇਗਾ, ਸੰਤਰੀ ਕੌਣ ਬਣੇਗਾ, ਕਿਹਦੀ ਬਦਲੀ ਕਰਨੀ ਹੈ, ਕਿਹਨੂੰ ਰੱਖਣਾ, ਕਿਹਨੂੰ ਡੀਜੀਪੀ ਲਾਉਣਾ, ਕਿਹਨੂੰ ਚੀਫ ਸੈਕਟਰੀ ਲਾਉਣਾ। ਚਲੋ ਖੈਰ ਇਹ ਇਹਨਾਂ ਦਾ ਆਪਸੀ ਮਸਲਾ। ਜੇ ਚੰਨੀ ਜੀ ਨੇ ਹੁਣ ਵੀ ਗੱਲ ਕੀਤੀ ਆ ਤੇ ਜੇ ਉਹਨਾਂ ਦੀ ਮਨ ਦੀ ਭਾਵਨਾ ਸਹੀ ਹੈ ਤੇ ਮੈਂ ਅਕਾਲੀ ਦਲ ਦਾ ਇੱਕ ਵਰਕਰ ਹੋਣ ਦੇ ਨਾਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਸਤਿਕਾਰ ਕਰਦਾ ਕਿ ਉਹ ਇਸ ਕੰਮ ਲਈ ਅੱਗੇ ਆਉਣ, ਕਿਉਂਕਿ ਪਹਿਲਾਂ ਜਿੰਨੀ ਇਹ ਗੱਲ ਹੈ ਸਾਰੀ ਦਿਖਾਵਾ ਹੁੰਦੀ ਰਹੀ ਆ, ਉਹਦੇ 'ਚ ਰਾਜਨੀਤੀ ਹੁੰਦੀ ਰਹੀ ਆ। ਅਸੀਂ ਚਾਹਾਂਗੇ ਕਿ ਚੰਨੀ ਜੀ ਨੂੰ ਮੌਕਾ ਮਿਲਿਆ ਤੇ ਉਹ ਇਸ ਗੱਲ ਲਈ ਜਿਵੇਂ ਕਹਿੰਦੇ ਹੁੰਦੇ ਆ ਇਸ ਬੇਅਦਬੀ ਦੇ ਮੁੱਦੇ ਨੂੰ ਧੁਰ ਲਾਉਣ ਤੇ ਜਿਹੜੇ ਦੋਸ਼ੀ ਆ ਉਹਨੂੰ ਫੜ ਕੇ ਅੰਦਰ ਕਰਨ, ਦੋਸ਼ੀ ਕੋਈ ਵੀ ਹੋਵੇ। ਹੁਣ ਗੱਲ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ਾਹਰ ਕੀਤੀ ਹੈ ਭਾਵਨਾ ਕਿ ਇੱਥੇ ਇਹ ਦੇਖੋ ਆਪਾਂ ਸਾਰੇ ਪਰਿਵਾਰ ਮੈਂਬਰ ਹੀ ਆ, ਕੀ ਸਾਡੇ ਨਾਲ ਕਿ ਨਾ ਜਿੰਨੇ ਬਾਕੀ ਪਾਰਟੀਆਂ ਦੇ ਲੋਕ ਆ ਕੀ ਮਿਲਦੇ ਨਹੀਂ ਜਾਂ ਅਫਸਰਾਂ ਦੀ ਕੋਈ ਜਾਣ ਪਛਾਣ ਨਹੀਂ ਹੁੰਦੀ, ਕਿਉਂਕਿ ਇਸੇ ਤਾਂ ਆਪਾਂ ਪੰਜਾਬ 'ਚ ਹੀ ਰਹਿੰਦੇ ਹਾਂ। ਉਹ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਗਈ ਕਿ ਤੈਨੂੰ ਵੱਡਾ ਅਹੁਦਾ ਦਿੱਤਾ ਜਾਊਗਾ, ਪੁਲਿਸ ਅਫਸਰ ਨੂੰ ਕਿਹਾ ਗਿਆ ਕਿ ਜੇ ਤੂੰ ਬਾਦਲਾਂ ਨੂੰ ਫੜ ਕੇ ਅੰਦਰ ਕਰੇਗਾ। ਸੋ ਵੇਖੋ ਜੇ ਤਾਂ ਇਸ ਤਰ੍ਹਾਂ ਦੀ ਕੋਈ ਨੀਤੀ ਆ ਤੇ ਫਿਰ ਤਾਂ ਇਹ ਮਨਸ਼ਾ ਬਹੁਤ ਮਾੜੀ ਆ। ਸੋ ਮੈਂ ਲੰਬੀ ਗੱਲ ਆਉਣ ਵਾਲੇ ਸਮੇਂ 'ਚ ਤੁਹਾਡੇ ਸਵਾਲਾਂ ਦਾ ਜਵਾਬ ਦਿੰਦੇ ਰਵਾਂਗੇ, ਪਰ ਮੈਂ ਸਮਝਦਾ ਕਿ ਜੇ ਚਰਨਜੀਤ ਸਿੰਘ ਚੰਨੀ ਸੁੱਚੇ ਮਨ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਅੱਗੇ ਆ ਕੇ ਕੰਮ ਕਰਦੇ ਆ ਤੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ, ਕੋਈ ਵੀ ਜਿਹੜਾ ਵਿਅਕਤੀ ਇਸ ਗੱਲ ਦਾ ਦੋਸ਼ੀ ਕਿਉਂ ਨਾ ਹੋਵੇ। ਓਕੇ, ਬਿਲਕੁਲ ਆਪਾਂ ਇਸ ਮੁੱਦੇ ਤੇ ਦੁਬਾਰਾ ਤੁਹਾਡੇ ਵੱਲ ਸਵਾਲ ਲੈ ਕੇ ਆਵਾਂਗਾ। ਗਰੇਵਾਲ ਜੀ, ਮਿੱਡਾ ਜੀ, ਤੁਸੀਂ ਜਵਾਬ ਸੁਣਿਆ ਹੀ ਹੈ। ਉਹਨਾਂ ਦਾ ਕਹਿਣਾ ਕਿ ਜੇ ਤਾਂ ਮਨਸ਼ਾ ਸਹੀ ਹੈ ਤਾਂ ਸਾਰੇ ਪੰਜਾਬੀ ਚਾਹੁੰਦੇ ਆ ਕਿ ਨਾ ਮਿਲਣਾ ਚਾਹੀਦਾ ਹੈ, ਪਰ ਉਹਨਾਂ ਨੇ ਮਨਸ਼ਾ ਦੇ ਬਾਰੇ 'ਚ ਗੰਭੀਰ ਖਦਸ਼ੇ ਅਕਾਲੀ ਦਲ ਦੇ ਪ੍ਰਧਾਨ ਨੇ ਖੜੇ ਕੀਤੇ ਆ। ਗਰੇਵਾਲ ਸਾਹਿਬ ਨੇ ਕਹੀ ਹੈ ਇਹ ਗੱਲ ਕਿ ਜਦੋਂ ਆਪਾਂ ਅਧਿਕਾਰੀਆਂ ਨੂੰ ਪੁੱਛ ਕੇ ਨਿਯੁਕਤੀਆਂ ਕਰਾਂਗੇ ਕਿ ਬਾਦਲਾਂ ਨੂੰ ਅੰਦਰ ਕਰੋਗੇ ਤਾਂ ਇਹਨਾਂ ਇਰਾਦਿਆਂ ਦੇ ਉੱਤੇ ਖਦਸ਼ੇ ਖੜੇ ਹੋਣੇ ਸੁਭਾਵਿਕ ਹੈ। ਗਰੇਵਾਲ ਜੀ ਇਸ ਮੁੱਦੇ ਤੇ ਲੈ ਕੇ ਕਾਂਗਰਸ ਪਾਰਟੀ ਤੇ ਚੰਨੀ ਜੀ ਨੂੰ ਕਟਹਿਰੇ 'ਚ ਖੜਾ ਕਰਦੇ ਆ। ਜੀ ਮਿੱਡਾ ਜੀ, ਦੇਖੋ ਗੱਲ ਇਸ ਤਰ੍ਹਾਂ ਹੈ ਸਿੱਧੂ ਸਾਹਿਬ, ਗਰੇਵਾਲ ਸਾਹਿਬ ਨੇ ਜਿੰਨੀ ਵੀ ਗੱਲ ਕੀਤੀ ਹੈ ਔਰ ਇਹ ਜਿਹੜੀ ਗੱਲ ਹੈ, ਜੇਕਰ ਕਾਂਗਰਸ ਪਾਰਟੀ ਦੀ ਇਹ ਮਨਸ਼ਾ ਸਿਰਫ ਇਹੀ ਹੁੰਦੀ ਕਿ ਬਾਦਲਾਂ ਨੂੰ ਅੰਦਰ ਕਰਨਾ ਹੈ ਤਾਂ ਫਿਰ ਜਿਹੜਾ ਹੈ ਉਸ ਦੇ ਉੱਤੇ ਇੰਨਾ ਸਮਾਂ ਨਾ ਲੱਗਦਾ। ਬਿਲਕੁਲ ਜਿਸ ਤਰ੍ਹਾਂ ਦਾ ਕਾਨੂੰਨੀ ਪ੍ਰੋਸੈਸ ਸੀਗਾ ਔਰ ਉਸ ਪ੍ਰੋਸੈਸ ਦੇ ਵਿੱਚ ਜਿੰਨੇ ਐਵੀਡੈਂਸ ਇਕੱਠੇ ਕੀਤੇ ਜਾ ਸਕਦੇ ਸੀ, ਜਿੰਨਾ ਪੁਲਿਸ ਇਨਵੈਸਟੀਗੇਸ਼ਨ ਸਟੇਟ, ਪਰ ਇਦੋਂ ਤੱਕ ਕਿ ਜੇਕਰ ਅੱਜ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਔਰ ਉਹ ਬਿਆਨ ਤੁਸੀਂ ਦੱਸੋ ਵੀ ਹਜੇ ਤਾਂ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ, ਹਜੇ ਤਾਂ ਅੱਜ ਹੋਮ ਮਿਨਿਸਟਰੀ ਅੱਜ ਅਨਾਉਂਸ ਹਜੇ ਹੋਣੀ ਹੈ ਔਰ ਉਸ ਤੋਂ ਪਹਿਲਾਂ ਹੀ ਆਪਣੇ ਆਪਦੇ ਆਪ ਨੂੰ ਜਿਹੜਾ ਹੈ ਬੇਦੋਸ਼ਾ ਔਰ ਇਹ ਦੱਸਣ ਦੀ ਕੋਸ਼ਿਸ਼ ਪੂਰੇ ਪੰਜਾਬ 'ਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਬਸ ਮੈਨੂੰ ਪਕੜਨਗੇ। ਇਹ ਮਨਸ਼ਾ ਕਾਂਗਰਸ ਪਾਰਟੀ ਦੀ ਨਹੀਂ ਹੈ, ਇਹ ਮਨਸ਼ਾ ਪੂਰੇ ਪੰਜਾਬ ਦੀ ਹੈ। ਇਹ ਮਨਸ਼ਾ ਜਿਹੜੀ ਹੈ ਪੂਰੇ ਦੇ ਉਹਨਾਂ ਲੋਕਾਂ ਦੀ ਔਰ ਜਿਹੜੇ ਕਾਨੂੰਨਬਾਜ਼ ਔਰ ਜਿਹੜੇ ਪੂਰੀ ਜਿਹੜੀ ਇਨਵੈਸਟੀਗੇਸ਼ਨ ਪਾਏ ਉਹ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਹੋਵੇ। ਜਸਟਿਸ ਜੋਰਾ ਸਿੰਘ ਕਮਿਸ਼ਨ ਜਿਹੜਾ ਹੈ ਉਹ ਅਕਾਲੀ ਦਲ ਗਵਰਨਮੈਂਟ ਦੇ ਵਿੱਚ ਬਣਾਇਆ ਗਿਆ ਸੀ
ਔਰ ਉਸ ਦੀ ਰਿਪੋਰਟ ਵੀ ਜਿਹੜੀ ਹੈ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਬੇਦੋਸ਼ਾ ਸਾਬਤ ਨਹੀਂ ਕਰਦੀ। ਔਰ ਉਸ ਤੋਂ ਬਾਅਦ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਔਰ ਉਸ ਰਿਪੋਰਟ ਨੂੰ ਜੇ ਕੋਈ ਕਿਸੇ ਵੀ ਤਰੀਕੇ ਨਾਲ, ਮੈਂ ਕਹਿੰਦਾ ਚਾਹੇ ਗਰੇਵਾਲ ਸਾਹਿਬ ਵੀ ਪੜ੍ਹਦੇ ਹੋਣ ਜਾਂ ਪੜ੍ਹੀ ਹੋਵੇ, ਔਰ ਉਸ ਸਾਰੀ ਰਿਪੋਰਟ ਦੇ ਵਿੱਚ ਇੱਕ ਤੱਥ ਉਜਾਗਰ ਕੀਤਾ ਗਿਆ। ਔਰ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿ ਦੇਣਾ ਚਾਹੁੰਦਾ, ਕਾਂਗਰਸ ਦੀ ਮਨਸ਼ਾ ਜੇ ਬਾਦਲਾਂ ਨੂੰ ਫੜਨਾ ਹੁੰਦੀ ਤਾਂ ਫਿਰ ਆ ਜਿਹੜੇ ਸਰਦਾਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਔਰ ਇਹਨਾਂ ਦੇ ਮੈਂ ਅੱਧੀ ਦਰਜਨ ਤੋਂ ਵੱਧ ਆਗੂਆਂ ਦੇ ਨਾਂ ਗਿਣਾ ਦੇਣਾ ਜਿਨ੍ਹਾਂ ਨੇ ਬਾਹਰ ਆ ਕੇ ਇਹ ਗੱਲ ਕਹੀ। ਇੱਥੋਂ ਤੱਕ ਕਿ ਮੈਨੂੰ ਸਟੇਟਮੈਂਟ ਸਾਬਕਾ ਪ੍ਰਧਾਨ ਐਸਜੀਪੀਸੀ ਮੱਕੜ ਸਾਹਿਬ ਦੀ ਵੀ ਯਾਦ ਹੈ, ਉਹਨਾਂ ਨੇ ਵੀ ਕਿਹਾ ਸੀ ਕਿ ਇਹ ਜਿਹੜਾ ਜੋ ਕੁਝ ਹੋਇਆ ਇਹ ਗਲਤ ਹੋਇਆ, ਇਹਨੂੰ ਰੋਕੋ। ਪਰ ਕਿਉਂਕਿ ਬਜਿੱਦ ਸਨ ਬਾਦਲ ਪਰਿਵਾਰ, ਪਿਓ ਪੁੱਤਰ ਬਜਿੱਦ ਸਨ ਕਿ ਜਿਹੜਾ ਇਹ ਅਸੀਂ ਜਿਹੜੀ ਸੱਚਾ ਸੌਦਾ ਨਾਲ ਜਿਹੜੀ ਦੋਸਤੀ ਹੈ, ਯਾਰੀ ਆ, ਪਗਾਉਣੀ ਹੈ, ਉਹਦਾ ਲਾਭ ਲੈਣਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਉਸ ਵਜ੍ਹਾ ਨਾਲ ਇਹਨਾਂ ਨੇ ਜਿੰਨੀਆਂ ਪੰਥਕ ਜਿਹੜੀਆਂ ਮਰਿਆਦਾਵਾਂ ਸੀ, ਜਿੰਨਾ ਪੰਥਕ ਲੋਕ ਸਨ, ਪਤਾ ਨਹੀਂ ਕਿਹੜੀ ਮਜਬੂਰੀਆਂ ਦੇ ਨਾਲ ਅੱਜ ਵੀ ਉਹ ਪੰਥਕ ਲੋਕ ਜਿਹੜੇ ਜਲ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੇ ਹਨ। ਪਰ ਮੈਨੂੰ ਪਤਾ ਹੈ ਕਿ ਉਹਨਾਂ ਦੀ ਵੀ ਰੂਹ ਤੜਫੀ ਹੋਈ ਹੈ, ਉਹ ਵੀ ਚਾਹੁੰਦੇ ਹਨ ਕਿ ਇਸ ਦਾ ਇਨਸਾਫ ਹੋ। ਮੁਕੰਮਲ ਕਰੋ ਮੁੰਡਾ ਜੀ, ਮੈਂ ਫੇਰ ਆਵਾਂਗਾ ਤੁਹਾਡੇ ਵੱਲ। ਕਾਈਂਡਲੀ ਆਪਣਾ ਜਿਹੜਾ ਵਿਊ ਹੈਗਾ ਉਹਨੂੰ ਸਭ ਕਰੋ, ਕੰਪਲੀਟ ਕਰੋ ਆਪਣੇ ਵਿਊ ਨੂੰ। ਆਪਾਂ ਅੱਗੇ ਮਹਿਮਾਨਾਂ ਦਾ ਸਵਾਲ ਲੈਣੇ ਆ। ਜੀ ਮੁੰਡਾ ਜੀ। ਸੋ ਸਾਰੇ ਪੰਜਾਬ ਨੂੰ ਪਤਾ ਲੱਗ ਚੁੱਕਿਆ ਔਰ ਸਾਰਾ ਪੰਜਾਬ ਦੀ ਇੱਛਾ ਸ਼ਕਤੀ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿਣੀ ਚਾਹੁੰਦਾ ਕਿ ਹਰੇਕ ਪੰਜਾਬ ਵਾਸੀ ਦੀ ਇਹ ਇੱਛਾ ਸ਼ਕਤੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੀ 4.5 ਸਾਲਾਂ ਦੇ ਵਿੱਚ ਦੇਰੀ ਹੋਈ ਹੈ, ਉਸ ਦੇ ਲਈ ਸਾਨੂੰ ਸਗੋਂ ਦੋਸ਼ੀ ਦੱਸ ਰਹੇ ਨੇ। ਉਹ ਇਹ ਦੇਰੀ ਲਈ ਸਾਨੂੰ ਦੋਸ਼ੀ ਦੱਸ ਰਹੇ ਨੇ, ਜਦੋਂ ਇਸ ਦਾ ਮਤਲਬ ਇਹ ਹੋਇਆ ਕਿ ਪੂਰਾ ਪੰਜਾਬ ਚਾਹੁੰਦਾ ਹੈ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਨਾਂ ਨੂੰ ਅੰਦਾਜ਼ਾ ਹੋਵੇ ਇਸ ਨੂੰ ਬੇਅਦਬੀ ਦੇ ਜੀ ਮਿੰਟਾ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਜੀ ਮਿੰਟਾ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਅਮਰਿੰਦਰ ਜੀ, ਇਸ ਮੁੱਦੇ ਤੇ ਤੁਸੀਂ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਆ। ਕਾਂਗਰਸ ਆਪਣੀ ਜਗ੍ਹਾ ਤੇ ਦਾਅਵੇਦਾਰ ਹੈ ਔਰ ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਕਿ ਜਿਸ ਤਰ੍ਹਾਂ ਦੇ ਖਦਸ਼ੇ ਹੈਗੇ ਆ, ਉਹਨਾਂ ਵੱਲੋਂ ਖਦਸ਼ਿਆਂ ਪ੍ਰਤੀ ਵੀ ਵੱਡੇ ਜਿਹੜੇ ਹੈਗੇ ਆ ਕਈ ਸਵਾਲ ਖੜੇ ਕੀਤੇ ਜਾ ਰਹੇ ਆ। ਅਮਰਿੰਦਰ ਜੀ, ਨਾਲ ਸਾਰਿਆਂ ਦੇ ਚੱਲਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਧਿਰ ਕੋਈ ਵੀ ਹੋਵੇ, ਇਹ ਸਾਰੇ ਕਹਿੰਦੇ ਕਿ ਨਿਆਂ ਮਿਲਣਾ ਚਾਹੀਦਾ। ਜੀ ਅਮਰਿੰਦਰ ਜੀ। ਬਿਲਕੁਲ ਸਿੱਧੂ ਸਾਹਿਬ, ਉਹ ਜਿਹੜੀ ਗੁਰੂ ਮਹਾਰਾਜ ਦੀ ਬੇਅਦਬੀ ਦਾ ਮਸਲਾ ਹੈ, ਹਰ ਬੰਦਾ ਕਹਿੰਦਾ ਨਿਆਂ ਮਿਲਣਾ ਚਾਹੀਦਾ, ਤੇ ਮੈਂ ਸਮਝਦਾ ਨਿਆਂ ਮਿਲ ਰਿਹਾ ਹੈ। ਇਹਨਾਂ ਨੂੰ ਦਿਖ ਨਹੀਂ ਰਿਹਾ ਕਿ ਨਿਆਂ ਮਿਲ ਰਿਹਾ ਹੈ। ਤੇ ਜਿਹੜੀ ਇੱਕ ਆਮ ਪੰਜਾਬ ਦੇ ਵਿੱਚ ਕਹਾਵਤ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹ ਜੇ ਆਪਾਂ ਪ੍ਰਸਿੱਧ ਹੁੰਦੀ ਦੇਖੀਏ ਤੇ ਆਪਾਂ ਪਿਛਲੇ 5-6 ਸਾਲਾਂ ਦਾ ਇਵੈਂਟ ਸੀ ਦੇਖ ਲਈਏ। ਕੌਣ ਕਹਿ ਸਕਦਾ ਸੀ ਕਿ ਜਿਹੜਾ ਸਰਸੇ ਵਾਲਾ ਸਾਧ ਹੈ, ਜਿਹਦੀ ਐਡੀ ਵੱਡੀ ਸਲਤਨਤ ਸੀ, ਉਹ ਏਦਾਂ ਜੇਲ੍ਹ ਦੇ ਵਿੱਚ ਰੁਲੇਗਾ। ਜਦੋਂ ਉਹਨੇ ਮਹਾਰਾਜ ਦੀ ਬੇਅਦਬੀ ਕਰਵਾਈ, ਉਹ ਕਿੱਥੇ ਉਹਦਾ ਅੱਜ ਹਸ਼ਰ ਹੈ, ਉਹ ਸਭ ਨੇ ਦੇਖਿਆ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲੱਗਿਆ, ਬਾਦਲਾਂ ਤੇ ਇਲਜ਼ਾਮ ਲੱਗਿਆ, ਉਹ ਕਿੱਥੇ ਹੈ। ਉਸ ਤੋਂ ਬਾਅਦ ਜਿਹੜਾ ਸੁਮੇਧ ਸੈਣੀ ਦੇਖ ਲਓ, ਜਿਹੜਾ ਇੱਕ ਬੇਤਾਜ ਬਾਦਸ਼ਾਹ ਮੰਨਿਆ ਜਾਂਦਾ ਸੀ ਤੇ ਇੰਨੀ ਉਹਦੀ ਪ੍ਰਾਪਰਟੀ, ਇੰਨਾ ਨਾ ਕੁਛ ਉਹਨੇ ਕੀਤਾ, ਅੱਜ ਉਹ ਕਿੱਥੇ ਆ। ਮਤਲਬ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਵੇਂ ਉਹ ਥਾਣਿਆਂ ਦੇ ਵਿੱਚ ਡਿੱਗਦਾ ਫਿਰ ਰਿਹਾ, ਉਹਦੀਆਂ ਵੀਡੀਓਜ਼ ਦਿਖ ਰਹੀਆਂ। ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਦੇ ਇਲਜ਼ਾਮ ਲੱਗੇ ਕਿ ਇਹਨਾਂ ਨਾਲ ਰਲ ਕੇ ਸਾਰਾ ਪਰਦਾ ਪਾ ਰਿਹਾ, ਤੇ ਕੈਪਟਨ ਸਾਹਿਬ ਦਾ ਵੀ ਕੋਈ ਸੋਚ ਨਹੀਂ ਸੀ ਸਕਦਾ ਕਿ ਐਸੇ ਹਾਲਾਤ ਕੈਪਟਨ ਸਾਹਿਬ ਦੇ ਆ ਜਾਣਗੇ ਕਿ ਵੀ ਕੈਪਟਨ ਸਾਹਿਬ ਐਡਾ ਰਸਵਾਈ ਦੇ ਨਾਲ ਬਾਹਰ ਹੋ ਜਾਣਗੇ ਪਹਿਲਾਂ ਹੀ, ਪਾਰੀ ਪੂਰੀ ਹੋਣ ਤੋਂ ਪਹਿਲਾਂ ਹੀ। ਸੋ ਐਸੇ ਤਰੀਕੇ ਦੇ ਨਾਲ ਜੇ ਚਰਨਜੀਤ ਸਿੰਘ ਚੰਨੀ ਵੀ ਇਹੀ ਖੇਡ ਖੇਡਣਗੇ ਤੇ ਉਹਨਾਂ ਦਾ ਅਸਰ ਵੀ ਇਹੀ ਹੋਏਗਾ। ਜੇਕਰ ਉਹ ਨਿਆਂ ਧਿਆਨ ਦੇ ਵਿੱਚ ਕੋਈ ਰੁਕਾਵਟ ਆਪਣਾ ਪੈਦਾ ਕਰਨਗੇ, ਕੋਈ ਮਨ ਦੇ ਵਿੱਚ ਖੋਟ ਲੈ ਕੇ ਚੱਲਣਗੇ, ਤੇ ਜਿਹੜੀ ਕਲਾ ਵਾਹਿਗੁਰੂ ਜੀ ਕੀ ਵਰਤੇ ਆ, ਉਹ ਵਰਤ ਰਹੀ ਹੈ ਕਲਾ, ਉਹ ਸਾਨੂੰ ਦਿਖ ਰਹੀ ਹੈ ਸਾਹਮਣੇ, ਲੇਕਿਨ ਅਸੀਂ ਉਹਨੂੰ ਅੰਡਰਸਟੈਂਡ ਹੀ ਨਹੀਂ ਕਰ ਪਾ ਰਹੇ। ਸੋ ਇਸ ਚੀਜ਼ ਤੋਂ ਸਬਕ ਲੈਣਾ ਚਾਹੀਦਾ। ਤੇ ਮੈਂ ਜਿਹੜੇ ਨਵੇਂ ਬਣੇ ਮੁੱਖ ਮੰਤਰੀ ਆ, ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਖਾਲੀ ਮਤਲਬ ਉਹਨਾਂ ਨੇ ਸਟੇਟਮੈਂਟਸ ਬਹੁਤ ਦਿੱਤੀਆਂ ਪਿਛਲੇ 5-7 ਦਿਨਾਂ ਦੇ ਵਿੱਚ, ਜਿਹੜੀਆਂ ਸਟੇਟਮੈਂਟਸ ਉਹਨਾਂ ਦੀਆਂ ਆਈਆਂ ਬਹੁਤ ਪੋਜ਼ਿਟਿਵ ਆਈਆਂ, ਲੇਕਿਨ ਉਹਦੇ ਵਿੱਚ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਵੀ ਨਿਆਂ ਹੋਣਾ ਚਾਹੀਦਾ, ਪਬਲਿਕ ਦੇ ਸਾਹਮਣੇ ਪਰਦਾ ਉੱਠਣਾ ਚਾਹੀਦਾ ਕਿ ਹਕੀਕਤ ਦੇ ਵਿੱਚ ਕੌਣ ਦੋਸ਼ੀ ਸੀਗੇ, ਕਿਹੜੇ ਬੰਦੇ ਆ ਜਿਨ੍ਹਾਂ ਨੇ ਮਤਲਬ ਇਹ ਸਾਰੇ ਕਾਰੇ ਦੇ ਪਿੱਛੇ ਜਿਹੜਾ ਹਿਡਨ ਹੈਂਡ ਹੈ ਉਹ ਪਬਲਿਕ ਦੇ ਸਾਹਮਣੇ ਆਉਣਾ ਚਾਹੀਦਾ। ਇਹ ਸਾਰੇ ਪੰਜਾਬ ਦੀ ਮੰਗ ਹੈ, ਪੂਰੀ ਲੁਕਾਈ ਦੀ ਮੰਗ ਹੈ, ਖਾਲੀ ਸਿੱਖ ਜਗਤ ਦੀ ਮੰਗ ਨਹੀਂ ਹੈ। ਪੰਜਾਬ ਦੇ ਹਰ ਵਸਨੀਕ ਦੀ ਇਹ ਭਾਵਨਾ ਹੈਗੀ ਹੈ ਤੇ ਇਹਦੇ ਤੇ ਉਹ ਕੰਮ ਕਰਨਗੇ। ਮੈਨੂੰ ਉਮੀਦ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕੁਝ ਦੇਖਾਂਗੇ। ਜੀ ਗਰੇਵਾਲ ਜੀ, ਜਦੋਂ ਗੱਲ ਕਰਦੇ ਆਪਾਂ ਕਾਂਗਰਸ ਦੀ, ਤਾਂ ਕਾਂਗਰਸ ਦੇ ਜਿਹੜੇ ਬੁਲਾਰੇ ਹੈ ਉਹਨਾਂ ਨੇ ਇਹ ਗੱਲ ਤਾਂ ਕਹੀ ਹੈ, ਇਸ ਗੱਲ ਤੇ ਆਪਣੇ ਤਿੰਨੇ ਬੁਲਾਰੇ ਸਹਿਮਤ ਹੈ ਕਿ ਨਿਆਂ ਮਿਲਣਾ ਚਾਹੀਦਾ ਹੈ।
ਸਾਰੇ ਪੰਜਾਬ ਵਾਲੇ ਚਾਹੁੰਦੇ ਆ, ਦੁਨੀਆ ਭਰ 'ਚ ਬੈਠੇ ਪੰਜਾਬੀ ਚਾਹੁੰਦੇ ਆ। ਪਰ ਉਹਨੇ ਕਿਹਾ ਜੇ ਆਪਾਂ ਕਮਿਸ਼ਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਕਮਿਸ਼ਨਾਂ ਦੇ 'ਚ ਬਾਦਲਾਂ ਦਾ ਜ਼ਿਕਰ ਸਿੱਧੇ ਤੌਰ ਤੇ ਆਉਂਦਾ ਰਿਹਾ। ਦੂਜੇ ਪਾਸੇ ਅਮਰਿੰਦਰ ਜੀ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸਾਰਾ ਵਰਤਾਰਾ ਵਾਪਰਿਆ ਉਹਦੇ ਜਿਹੜੀਆਂ ਵੀ ਤਰ੍ਹਾਂ ਜੁੜੀਆਂ ਜਾਂ ਜਿਨ੍ਹਾਂ ਤੇ ਐਲੀਗੇਸ਼ਨ ਲੱਗਦੇ ਰਹੇ ਹੈ ਉਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੁਦਰਤ ਵੱਲੋਂ ਸਜ਼ਾਵਾਂ ਮਿਲਣ ਵਾਲੇ ਪਾਸੇ ਗੱਲ ਅੱਗੇ ਵੱਧ ਹੀ ਰਹੀ ਹੈ। ਉਹਨਾਂ ਦੇ ਕਮੈਂਟਸ ਨੂੰ ਤੇ ਕਾਂਗਰਸ ਦੇ ਕਮੈਂਟਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਗਰੇਵਾਲ ਜੀ? ਤਾਂ ਮੈਂ ਅਮਰਿੰਦਰ ਜੀ ਦੀ ਉਹ ਗੱਲ ਕਹਿਣਾ ਜੋ ਇਹਨਾਂ ਨੇ ਗੱਲ ਕਹੀ ਹੈ ਕਿ ਆ ਲੋਕ ਭੁਗਤ ਰਹੇ ਆ। ਸਭ ਤੋਂ ਪਹਿਲਾਂ ਸਾਰੇ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਕਿ ਜਿਹਨੇ ਬੇਅਦਬੀ ਕਰਵਾਈ, ਜਿਹੜਾ ਬੇਅਦਬੀ ਦੇ ਵਿੱਚ ਸ਼ਾਮਲ ਰਿਹਾ, ਜਿਹੜਾ ਬੇਅਦਬੀ ਦੀ ਰਾਜਨੀਤੀ ਕਰਦਾ ਉਹਦਾ ਕੱਖ ਨਾ ਰਵੇ। ਉਹਦੇ ਵਿੱਚ ਉਂਗਲ ਉਹਨਾਂ ਲਈ ਵੀ ਆ, ਉਹਨਾਂ ਦੇ 3 ਉਂਗਲਾਂ ਉਹਨਾਂ ਵੱਲ ਆ ਤੇ ਜੇ ਉਹਨਾਂ ਨੇ 1 ਉਂਗਲ ਕਿਸੇ ਨੇ ਕੀਤੀ ਆ। ਇਹ ਗੱਲ ਉਹਨਾਂ ਨੇ ਸਾਰੇ ਦੁਨੀਆ ਦੇ ਸਾਹਮਣੇ ਇਹ ਗੱਲ ਕਹੀ ਆ ਤੇ ਇਹ ਗੱਲ ਹੈ ਵੀ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਬੰਦਾ ਇਸ ਗੱਲ ਦਾ ਦੋਸ਼ੀ ਹੋਏਗਾ ਸਮਾਂ ਉਹਨੂੰ ਬਖਸ਼ੇਗਾ ਨਹੀਂ, ਕਿਉਂਕਿ ਗੁਰੂ ਦੀ ਬੇਅਦਬੀ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਬੜਾ ਵੱਡੀ ਭੈ ਵਾਲੀ ਗੱਲ ਹੈ। ਤੋ ਇਹਦੇ 'ਚ ਜਿਹੜੀ ਗੱਲ ਆਪਾਂ ਕਰਦੇ ਹਾਂ ਕਿ ਹੁਣੇ ਗੱਲ ਕਰ ਰਹੇ ਸੀ ਮਿੱਢਾ ਸਾਹਿਬ, ਮੈਨੂੰ ਇਹ ਗੱਲ ਦੱਸ ਰਹੇ ਸੀ ਕਿ ਪੰਥਕ ਮਰਜ਼ਾਦਾਵਾਂ ਦੀ ਗੱਲ ਕਰ ਰਹੇ ਸੀ। ਮਿੱਢਾ ਸਾਹਿਬ, ਮੈਂ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਕਰਦਾ, ਤੁਸੀਂ ਇੱਕ ਚੰਗੇ ਇਨਸਾਨ ਹੋ। ਜੇ ਮੈਂ ਇਸ ਗੱਲ ਨੂੰ ਕੋਈ ਤੁਹਾਡੇ ਤੇ ਇਸ ਗੱਲ ਦਾ ਇਲਜ਼ਾਮ ਨਹੀਂ ਲਾਉਂਦਾ, ਪਰ ਜੋ ਤੁਹਾਡਾ ਪਿਛੋਕੜ ਆ ਪਾਰਟੀ ਦਾ ਪੰਥਕ ਮਰਜ਼ਾਦਾ ਦੀ ਗੱਲ ਕਰਨ ਵਾਸਤੇ ਕਾਂਗਰਸ ਜਦੋਂ ਗੱਲ ਕਰਦੀ ਹੈ ਨਾ ਜੀ, ਬੜੀ ਹੋਰ ਤਰ੍ਹਾਂ ਲੱਗਦੀ ਹੈ। ਕਿਉਂਕਿ ਦੇਖੋ ਹਾਲੇ ਤੱਕ ਤਾਂ ਇਸ ਗੱਲ ਦਾ ਹਿਸਾਬ ਕਿਤਾਬ ਵੀ ਨਹੀਂ ਹੋਇਆ ਕਿ ਕਿੰਨੇ ਦੇਖੋ ਜੀ ਦਰਬਾਰ ਸਾਹਿਬ ਤੇ ਹਮਲਾ, 31 ਹੋਰ ਗੁਰਦੁਆਰਿਆਂ ਤੇ ਹਮਲਾ, ਇਹਨਾਂ ਸਵਾਲਾਂ ਦੇ ਹਾਲ ਤੱਕ ਜਵਾਬ ਹੀ ਨਹੀਂ ਮਿਲੇ ਸਾਨੂੰ। ਜੋ ਕੁਛ ਉੱਥੇ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਬੇਅਦਬੀ ਨਹੀਂ ਹੋਈ, ਅਕਾਲ ਤਖਤ ਸਾਹਿਬ ਢਾਹ ਦਿੱਤਾ ਗਿਆ। ਸੋ ਮੈਂ ਨਹੀਂ ਇਹ ਗੱਲ ਕਰਦਾ ਕਿ ਜੇ ਮਿੱਢਾ ਸਾਹਿਬ ਇਹ ਗੱਲ ਕਹਿੰਦੇ ਆ ਬੇਅਦਬੀ ਵਾਲੇ ਮੰਨਦੇ, ਅਸੀਂ ਪਹਿਲਾਂ ਮੰਨ ਗਏ ਹਾਂ ਵੀ ਜੇ ਚੰਨੀ ਸਾਹਿਬ ਇਸ ਗੱਲ ਹੀ ਨਿਆਂ ਦਿਵਾਉਣਗੇ ਤਾਂ ਅਸੀਂ ਉਹਦਾ ਸਤਿਕਾਰ ਕਰਾਂਗੇ। ਹੁਣ ਨਿਆਂ ਵਾਲੀ ਗੱਲ ਸੁਣ ਲਓ, ਜਿੰਨੀਆਂ ਇਹਨਾਂ ਨੇ ਕਿਹਾ, ਮਿੱਢਾ ਸਾਹਿਬ ਨੇ ਕਿਹਾ ਮੈਂ ਆਸ ਕਰਦਾ ਹੂੰਗਾ ਕਿ ਇਹਨਾਂ ਨੇ ਸਾਰੀਆਂ ਰਿਪੋਰਟਾਂ ਪੜ੍ਹੀਆਂ ਹੋਣਗੀਆਂ। ਕਿਸੇ ਇੱਕ ਵੀ ਰਿਪੋਰਟ ਦੇ ਵਿੱਚ ਜਿਹੜੀਆਂ ਉੱਥੇ ਹੋਈਆਂ ਸਿੱਟ ਨੇ ਬਣਾਈਆਂ, ਕਿਸੇ ਇੱਕ ਦੇ ਵਿੱਚ ਵੀ ਅੱਜ ਤੱਕ ਕਿਸੇ ਅਕਾਲੀ ਦਲ ਦਾ ਜਾਂ ਬਾਦਲ ਦਾ ਨਾਮ ਨਹੀਂ ਆਇਆ। ਦੂਜੀ ਗੱਲ, ਇਹ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਇਹਨਾਂ ਨੇ ਨਾਂ ਲਿਆ। ਗਰੇਵਾਲ ਜੀ, ਮੇਰਾ ਸਵਾਲ ਲੈ ਲਿਓ, ਛੋਟਾ ਜਿਹਾ ਸਵਾਲ ਹੈ ਕਿ ਜਸਟਿਸ ਜੋਰਾ ਸਿੰਘ ਦਾ ਇਹਨਾਂ ਨੇ ਨਾਂ ਲਿਆ ਜੀ। ਮੈਂ ਕਿਹਾ ਜੀ ਮੈਂ ਉਹੀ ਕਹਿੰਦਾ, ਉਹ ਤੋਂ ਸਾਰਿਆਂ ਤੋਂ ਕਹਿੰਦੇ 100 ਅਥਰਥਾ ਸਿਰੇ ਤੇ ਗੰਢ। ਹੁਣ ਜੇ ਤਾਂ ਕਾਂਗਰਸ ਪਾਰਟੀ ਹਾਈ ਕੋਰਟ ਦੇ ਜੱਜ ਸਾਹਿਬਾਨ ਦਾ ਸਤਿਕਾਰ ਨਹੀਂ ਕਰਦੀ, ਉਹਨੂੰ ਸੰਵਿਧਾਨਕ ਤੌਰ ਤੇ ਮਾਨਤਾ ਨਹੀਂ ਦਿੰਦੀ, ਤਾਂ ਫਿਰ ਇਸ ਗੱਲ ਤੋਂ ਮਿੱਢਾ ਜੀ ਜਵਾਬ ਦੇ ਦੇਣ ਕਿ ਨਹੀਂ ਜੀ ਉਹਨਾਂ ਨੇ ਫੈਸਲਾ ਗਲਤ ਸੁਣਾਇਆ। ਅਸੀਂ ਤਾਂ ਹਾਈ ਕੋਰਟ ਨਹੀਂ ਗਏ, ਅਸੀਂ ਤਾਂ ਆਪਦੀ ਖੈਰ ਖੁਆਈ ਕਰਨ ਵਾਸਤੇ ਕੋਈ ਵਕੀਲ ਨਹੀਂ ਕੀਤਾ, ਨਾ ਅਸੀਂ ਕੋਈ ਧਿਰ ਬਣ ਕੇ ਗਏ। ਜਿੰਨੀ ਦੇਰ ਤੱਕ ਜਿਹੜੀ ਆ 4.5 ਸਾਲ, ਜਿੰਨੀ ਦੇਰ ਤੱਕ ਇਸ ਗੱਲ ਦੀ ਪੁਣ ਛਾਣ ਪੜਤਾਲ, ਕੋਈ ਵੀ ਸਿੱਟ ਆਈ, ਕੋਈ ਵੀ ਕਮਿਸ਼ਨ ਆਇਆ, ਕੋਈ ਵੀ ਸਰਕਾਰ ਆਈ, ਹੁਣ ਆਪਣੇ ਜਿਹੜੇ ਕੁੰਵਰ ਵਿਜੇ ਮੇਰੀ ਗੱਲ ਪੂਰੀ ਹੋ ਲੈਣ ਦਿਓ, ਕੁੰਵਰ ਵਿਜੇ ਪ੍ਰਤਾਪ ਤੋਂ ਵੱਧ ਦਾ ਜ਼ੋਰ ਕੋਈ ਲਾ ਨਹੀਂ ਨਾ ਸਕਦਾ, ਠੀਕ ਹੈ ਨਾ ਜੀ। ਉਹਨੇ ਕੀ ਕੀਤਾ, ਉਹਦੀ ਮਨਸ਼ਾ ਕੀ ਸੀ ਤੇ ਹਾਈ ਕੋਰਟ ਨੇ ਉਹਦੇ ਬਾਰੇ ਕੀ ਲਫ਼ਜ਼ ਬੋਲੇ ਨੇ। ਮੈਂ ਤਾਂ ਆਪਦੀ ਜ਼ਿੰਦਗੀ ਦੇ ਅੰਦਰ ਕਿਸੇ ਪੁਲਿਸ ਅਫਸਰ ਦੇ ਬਾਰੇ 'ਚ ਜਾਂ ਕਿਸੇ ਅਧਿਕਾਰੀ ਦੇ ਬਾਰੇ 'ਚ ਹਾਈ ਕੋਰਟ ਵੱਲੋਂ ਦਿੱਤਾ ਗਿਆ ਜਿਹੜਾ ਫਤਵਾ, ਉਹ ਇਦੋਂ ਵੱਡਾ ਤੇ ਇਦੋਂ ਮਾੜਾ ਤੇ ਮੂੰਹ ਤੇ ਚਪੇੜ ਵਾਲਾ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਕਲੀਅਰ ਕਰਦਾ ਕਿ ਇਹ ਡਰਾਮੇਬਾਜ਼ੀ ਕਰ ਰਿਹਾ, ਵਿਸ਼ੇਸ਼ ਕਰਕੇ ਕਿਸੇ ਬੰਦਿਆਂ ਨੂੰ ਫਸਾ ਰਿਹਾ। ਸੋ ਮੈਂ ਤਾਂ ਇਹ ਬੇਨਤੀ ਕਰਦਾ, ਅਸੀਂ ਬਿਲਕੁਲ ਇਸ ਗੱਲ ਲਈ ਨਾਲ ਖੜੇ ਹਾਂ। ਜੇ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਆਏ ਨੇ ਚੰਨੀ ਸਾਹਿਬ, ਜੇ ਉਸ ਗੱਲ ਲਈ ਬੇਅਦਬੀ ਦੇ ਮੁੱਦੇ ਤੇ ਉਸ ਨੂੰ ਹੱਲ ਕਰਾਉਣ ਦੀ ਗੱਲ ਕਰਨਗੇ, ਅਸੀਂ ਤਾਂ ਕਹਾਂਗੇ ਬਹੁਤ ਚੰਗੀ ਗੱਲ। ਕੋਈ ਮੁੱਖ ਮੰਤਰੀ ਦਾ ਫਰਜ਼ ਬਣਦਾ ਕਿ ਇਸ ਪੰਜਾਬ ਦੇ ਅੰਦਰ ਜਿਹੜੀ ਮੰਗ ਹੈ ਉਸ ਨਿਆਂ ਲੈ ਕੇ ਦੇਵੇ। ਜੀ ਬਿਲਕੁਲ, ਇਸ ਗੱਲ ਤੇ ਬਿਲਕੁਲ ਜੀ ਮਿੱਢਾ ਜੀ ਸਮੇਂ ਦੇ ਲਿਹਾਜ਼ ਨਾਲ ਮੈਂ ਜਵਾਬ ਤੁਹਾਡੇ ਕੋਲੋਂ ਜ਼ਰੂਰ ਚਾਹਾਂਗਾ ਇਸ ਮੁੱਦੇ ਤੇ। ਉਹਨਾਂ ਦਾ ਕਹਿਣਾ ਕਿ ਕਿਧਰੇ ਵੀ ਕਿਸੇ ਕਮਿਸ਼ਨ 'ਚ ਕਿਸੇ ਜਗ੍ਹਾ ਤੇ ਆਪਾਂ ਹਾਈ ਕੋਰਟ ਦੀ ਗੱਲ ਕਰਦੇ ਹਾਂ, ਕਿਧਰੇ ਵੀ ਅਕਾਲੀ ਦਲ ਦਾ ਨਾਂ ਨਹੀਂ। ਕਿਉਂ ਫਿਰ ਜਿਹੜਾ ਕਾਂਗਰਸ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਇਸ ਤਰੀਕੇ ਦਾ ਕਿ ਇਸ਼ਾਰਾ ਕਿੱਧਰ ਨੂੰ ਜਾ ਰਿਹਾ, ਬਾਦਲਾਂ ਵੱਲ ਜਾ ਰਿਹਾ, ਦੂਜੇ ਸਾਰੇ ਇਸ਼ੂ ਜਿਹੜੇ ਪਿਛਲੇ ਲੰਬੇ ਸਮੇਂ ਚੋਂ ਕਹਿੰਦੇ ਕਿ ਇਹਨੂੰ ਸਿਰਫ ਰਾਜਨੀਤੀ ਦੀ ਖੇਡ ਬਣਾ ਕੇ ਖੇਡਿਆ ਜਾ ਰਿਹਾ। ਦੇਖੋ, ਮੈਂ ਪਿਛਲੀ ਜਿਹੜੀ ਗੱਲ ਕੀਤੀ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਅੱਗੇ ਵਧਾ ਕੇ ਲੈ ਕੇ ਆਈ ਹੈ ਤਾਂ ਇਹਨਾਂ ਨੂੰ ਰਾਜਨੀਤੀ ਲੱਗਦੀ ਹੈ। ਚਲੋ ਲੱਗਦੀ ਹੋ ਸਕਦੀ ਹੈ, ਲੱਗੇ, ਪਰ ਇਹ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ ਕਿ ਜਿਹੜੀ ਉਹ ਗੱਲ ਹੈ ਸੇਮ ਟੂ ਸੇਮ ਗੱਲ ਉਹ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਨੇ, ਉਹਨਾਂ ਨੂੰ ਕਿਵੇਂ ਲੱਗੀ? ਰਣਜੀਤ ਸਿੰਘ ਬ੍ਰਹਮਪੁਰਾ ਵੀ ਸੀਨੀਅਰ ਲੀਡਰ ਰਹੇ ਨੇ, ਉਹਨਾਂ ਨੂੰ ਕਿਉਂ ਜਿਹੜੀ ਉਹ ਗੱਲ ਇਹ ਨਾ ਲੱਗੀ? ਜਿਹੜੇ ਅਵਤਾਰ ਸਿੰਘ ਮੱਕੜ ਨੂੰ ਕਿਉਂ ਨਾ ਲੱਗੀ? ਜਿੰਨੇ ਵੀ ਅਕਾਲੀ ਦਲ ਦੇ ਜਿਹੜੇ ਲੀਡਰ ਸਨ, ਜਦੋਂ
ਜਦੋਂ ਜਦੋਂ ਉਹ ਆਜ਼ਾਦ ਹੋਏ ਤਾਂ ਉਹਨਾਂ ਦੇ ਅੰਦਰ ਜਿਹੜਾ ਉਹਨਾਂ ਨੂੰ ਡਰ ਔਰ ਭੌ ਜਦੋਂ ਲੱਗਿਆ ਕਿ ਮਹਾਰਾਜ ਸਾਹਿਬ ਦੀ ਬੇਅਦਬੀ ਦੇ ਮਸਲੇ ਦੇ ਉੱਤੇ ਸਾਨੂੰ ਜ਼ਮੀਰ ਨਾਲ ਗੱਲ ਕਰਨੀ ਚਾਹੀਦੀ ਹੈ, ਤਾਂ ਉਹਨਾਂ ਨੇ ਜ਼ਮੀਰ ਦੀ ਆਵਾਜ਼ ਨਾਲ ਗੱਲ ਕੀਤੀ। ਔਰ ਉਹ ਜਿਹੜੀ ਗੱਲ ਸੀ ਉਹ ਸੇਮ ਟੂ ਸੇਮ ਹੋਈ ਜਿਹੜੀ ਜਸਟਿਸ ਜੋਰਾ ਸਿੰਘ, ਜਸਟਿਸ ਰਣਜੀਤ ਸਿੰਘ ਔਰ ਜਾਂ ਦੇ ਲੋਕ ਕਰ ਰਹੇ ਸਨ। ਜੀ ਮਿੰਟਾ ਜੀ, ਥੈਂਕ ਯੂ। ਮੈਂ ਛੋਟਾ ਜਿਹਾ ਜਵਾਬ ਜਿਹੜਾ ਇਸੇ ਮੁੱਦੇ ਤੇ ਮੈਂ ਗਰੇਵਾਲ ਜੀ ਆ ਰਹਾ ਤੁਹਾਡੇ ਵੱਲ। ਅਮਰਿੰਦਰ ਜੀ ਤੋਂ ਵੀ ਮੈਂ ਬ੍ਰੇਕ ਤੋਂ ਪਹਿਲਾਂ ਇਸ ਮੁੱਦੇ ਤੇ ਜਵਾਬ ਲੈਣਾ ਚਾਹਾਂਗਾ। ਤੁਸੀਂ ਦੋਨਾਂ ਮਹਿਮਾਨਾਂ ਦੀ ਗੱਲ ਤਾਂ ਸੁਣੀ ਹੈ। ਗਰੇਵਾਲ ਜੀ ਆਪਣੀ ਜਗ੍ਹਾ ਤੇ ਕਹਿ ਰਹੇ, ਮਿੰਟਾ ਜੀ ਆਪਣੀ ਜਗ੍ਹਾ ਤੇ ਕਹਿ ਰਹੇ ਹੈ ਕਿ ਕਈ ਜਿਹੜੇ ਸੀਨੀਅਰ ਅਕਾਲੀ ਨੇਤਾ ਉਹ ਵੀ ਇਸ ਮੁੱਦੇ ਤੇ ਆਵਾਜ਼ ਉਠਾ ਰਹੇ ਹੈ। ਬ੍ਰੇਕ ਤੋਂ ਪਹਿਲਾਂ ਛੋਟਾ ਜਿਹਾ ਜਵਾਬ ਮੈਂ ਅਮਰਿੰਦਰ ਜੀ ਤੁਹਾਡੇ ਕੋਲੋਂ ਜ਼ਰੂਰ ਚਾਹੁੰਦਾ। ਆਮ ਜਨਤਾ ਦੇ ਵਿੱਚ ਬਣੀ ਹੈ ਕਿ ਸੁਖਬੀਰ ਬਾਦਲ ਤੇ ਬਾਦਲ ਫੈਮਿਲੀ ਇਸ ਬੇਅਦਬੀ ਦੇ ਵਿੱਚ ਇਨਵੋਲਵ ਹੈ। ਇਹ ਰਾਤੋਂ ਰਾਤ ਨਹੀਂ ਬਣ ਗਈ, ਇਹਦੇ ਪਿੱਛੇ ਇੱਕ ਲੰਬੀ ਹਿਸਟਰੀ ਹੈ। ਇਹਦੇ ਪਿੱਛੇ ਸਰਸੇ ਵਾਲੇ ਨੂੰ ਕਿਵੇਂ ਮਾਫੀ ਦਵਾਈ ਗਈ ਜਾਂ ਉਸ ਤੋਂ ਪਹਿਲਾਂ ਉਹਨੂੰ ਕਿਵੇਂ ਗੁਰੂ ਗੋਬਿੰਦ ਸਿੰਘ ਬਣਾਇਆ ਗਿਆ ਤੇ ਫਿਰ ਕਿਵੇਂ ਮਾਫੀ ਦਵਾਈ ਗਈ, ਇਹ ਸਾਰਾ ਕੁਝ ਸਾਹਮਣੇ ਆ। ਉਸ ਤੋਂ ਬਾਅਦ ਕੋਟਕਪੂਰਾ, ਬਹਿਬਲ ਕਲਾਂ, ਬਰਗਾੜੀ ਦੇ ਵਿੱਚ ਕਿਵੇਂ ਤਸ਼ੱਦਦ ਕੀਤਾ ਗਿਆ ਸਿੱਖਾਂ ਦੇ ਉੱਪਰ ਜਿਹੜੇ ਰੋਸ ਮੁਜ਼ਾਹਰਾ ਕਰ ਰਹੇ ਸੀ। ਉਦੋਂ ਤਾਂ ਸੁਖਬੀਰ ਬਾਦਲ ਆਪ ਸਟੀਅਰਿੰਗ ਤੇ ਬੈਠੇ ਸੀ, ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ। ਕਿਵੇਂ ਉਹਨਾਂ ਨੂੰ ਕੁੱਟਮਾਰ ਕੀਤੀ ਗਈ, ਕਿਵੇਂ ਉੱਥੇ 2 ਬੰਦੇ ਵੀ ਮਾਰੇ ਗਏ, 2 ਬੰਦੇ ਅਪਾਹਜ ਹੋ ਗਏ, ਅੱਜ ਤੱਕ ਉਹ ਵਿਚਾਰੇ ਬਿਸਤਰੇ ਤੇ ਬੈਠੇ ਹੈ। ਸੋ ਇਹ ਸਾਰਾ ਕੁਝ ਸਾਡੇ ਸਾਹਮਣੇ ਹੈਗਾ। ਉਸ ਤੋਂ ਬਾਅਦ ਫਿਰ ਜਦੋਂ ਬੇਅਦਬੀ ਦੀ ਤਫਤੀਸ਼ ਸ਼ੁਰੂ ਕੀਤੀ ਅਕਾਲੀ ਗਵਰਨਮੈਂਟ ਨੇ, ਉਹਦੇ ਵਿੱਚ ਪਹਿਲਾਂ ਸਿੱਖਾਂ ਤੇ ਹੀ ਇਲਜ਼ਾਮ ਲਾਤੇ। 2 ਸਿੱਖਾਂ ਨੂੰ ਫੜ ਕੇ ਕਹਿਤਾ ਕਿ ਇਹਨਾਂ ਨੇ ਹੀ ਬੇਅਦਬੀ ਕੀਤੀ ਹੈ। ਜਦੋਂ ਰੋਜ਼ ਜਾਗ ਗਿਆ ਪਬਲਿਕ ਦਾ ਤੇ ਫਿਰ ਉਸ ਤੋਂ ਪਿੱਛੇ ਹਟ ਕੇ ਫਿਰ ਸਰਸੇ ਵਾਲੇ ਨੂੰ ਦੋਸ਼ੀ ਬਣਾਇਆ ਗਿਆ। ਇਹ ਇੱਕ ਵੱਡੀ ਚੇਨ ਹੈ ਤੇ ਇਹ ਕਿਉਂ ਕੀਤੀ ਜਾ ਰਹੀ ਸੀਗੀ, ਇਸ ਤੋਂ ਸਾਰਾ ਮਤਲਬ ਜਿਹੜਾ ਇਲਜ਼ਾਮ ਹੈ ਉਹ ਸੁਖਬੀਰ ਬਾਦਲ ਤੇ ਬਾਦਲ ਫੈਮਿਲੀ ਤੇ ਆ ਰਿਹਾ ਸੀ। ਇਹੀ ਪਰਸੈਪਸ਼ਨ ਜਿਹੜੀ ਹੈ ਕਲੀਅਰ ਹੋਣੀ ਚਾਹੀਦੀ ਹੈ ਵੀ ਇਹ ਕਿਉਂ ਕਰ ਰਹੇ ਸੀ ਇਹ ਇਦਾਂ। ਜੀ ਅਮਰਿੰਦਰ ਜੀ, ਤੁਹਾਡੀ ਗੱਲ ਆ ਗਈ, ਆਪਾਂ ਨੂੰ ਬ੍ਰੇਕ ਲੈਣੀ ਪਏਗੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਵੱਡੇ ਤੇ ਅਹਿਮ ਮੁੱਦੇ ਤੇ ਆ ਰਹੇ ਹਾਂ। ਜਿੱਦਾਂ ਸਾਡੇ ਮਹਿਮਾਨਾਂ ਦੀ ਰਾਏ ਹੈ, ਵਿਚਾਰ ਵੱਖਰੇ ਵੱਖਰੇ ਹੋ ਸਕਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਸਮੁੱਚਾ ਪੰਜਾਬ ਤੇ ਦੁਨੀਆ ਭਰ ਚ ਪੰਜਾਬੀ ਇਨਸਾਫ ਮਿਲੇਗਾ। ਇਨਸਾਫ ਇਹਨਾਂ ਮੁੱਦਿਆਂ ਤੇ ਆਪਾਂ ਮਹਿਮਾਨਾਂ ਨਾਲ ਲਵਾਂਗੇ ਸਵਾਲ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਜੁੜੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਗਰੇਵਾਲ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਸੀ, ਪਰ ਨਾਲ ਹੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅਮਰਿੰਦਰ ਹੋਣਾ ਨੇ ਕਿਹਾ, ਉਹਨਾਂ ਨੇ ਸੁਖਬੀਰ ਬਾਦਲ ਦੀ ਗੱਲ ਕੀਤੀ ਹੈ, ਉਹਨਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਗੱਲ ਕੀਤੀ ਹੈ, ਉਹਨਾਂ ਨੇ ਸਿਰਸਾ ਸਾਧ ਦੀ ਗੱਲ ਕੀਤੀ ਹੈ। ਰਿੰਪਲ ਮਿੱਡਾ ਦਾ ਜਵਾਬ ਤਾਂ ਹੈ ਸੀ। ਇਹਨਾਂ ਸਾਰੇ ਮੁੱਦਿਆਂ ਤੇ ਮੈਂ ਜਵਾਬ ਚਾਹਾਂਗਾ ਗਰੇਵਾਲ ਜੀ ਤੁਹਾਡਾ। ਜੀ ਵਰਿੰਦਰ ਜੀ, ਹੁਣੀ ਇੱਕ ਸਿੱਖ ਭਾਵਨਾ ਲੈ ਕੇ ਗੱਲ ਕਰਦੇ ਆ, ਕੋਈ ਸ਼ੱਕ ਨਹੀਂ। ਦੇਖੋ, ਮੈਂ ਸਭ ਤੋਂ ਪਹਿਲਾਂ ਤੁਹਾਡੇ ਸਵਾਲ ਵੀ ਪੁੱਛਣ ਤੋਂ ਪਹਿਲਾਂ ਮੈਂ ਇਹ ਗੱਲ ਕਹਿਤੀ ਕਿ ਉਸ ਸਮੇਂ ਅਕਾਲੀ ਦਲ ਦਾ ਰਾਜ ਸੀ, ਸਰਕਾਰ ਸੀ। ਉਹ ਸਰਕਾਰ ਦੇ ਵਿੱਚ ਜੋ ਘਟਨਾ ਵਾਪਰੀ ਆ, ਅਸੀਂ ਸਮਝਦੇ ਹਾਂ ਕਿ ਉਸ ਸਮੇਂ ਅਸੀਂ ਉਸ ਗੱਲ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਨਹੀਂ ਕਰ ਸਕੇ। ਤੁਸੀਂ ਇਹਦਾ ਕਾਰਨ ਵੀ ਆ। ਦੇਖੋ, ਉਸ ਸਮੇਂ ਜਿਹੜੀ ਤਬਦੀਸ਼ ਅਕਾਲੀ ਦਲ ਨੇ ਕਰਵਾਈ, ਜੋ ਉੱਥੇ ਫਿੰਗਰਪ੍ਰਿੰਟ ਲਏ, ਜੋ ਉੱਥੇ ਲਿਖਤ ਜਿਹੜੀ ਸੀ ਲਿਖਾਈ ਆ, ਉਹਦੀਆਂ ਇਨਕੁਆਰੀਆਂ ਕਰਵਾਈਆਂ, ਬਹੁਤ ਕੁਝ ਹੋਇਆ। ਉਸ ਦੇ ਬਾਵਜੂਦ ਉਸ ਸਮੇਂ 'ਤੇ ਸਮੁੱਚੀ ਸੰਗਤ ਨੇ ਤੇ ਖਾਸ ਤੌਰ ਤੇ ਸੰਤ ਸਮਾਜ ਨੇ ਇਹ ਗੱਲ ਕਹੀ ਕਿ ਸਾਨੂੰ ਇਤਬਾਰ ਨਹੀਂ ਹੈਗਾ। ਦੇਖੋ, ਇਹ ਉਸ ਸਮੇਂ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਸੀ। ਉਹਨਾਂ ਨੇ ਕਿਹਾ ਸਾਨੂੰ ਇਤਬਾਰ ਨਹੀਂ ਪੰਜਾਬ ਪੁਲਿਸ ਤੇ, ਕਿਉਂਕਿ ਉਹ ਬਾਦਲਾਂ ਦੀ ਕਹਿੰਦੇ ਹੁੰਦੇ ਆ ਅੰਡਰ ਹੈ, ਤਾਂ CBI ਤੋਂ ਇਨਕੁਆਰੀ ਕਰਾਈ ਜਾਵੇ। ਮਨਿੰਦਰ ਜੀ ਬੈਠੇ ਆ, ਮੈਨੂੰ ਲੱਗਦਾ ਉਸ ਕਾਫਲੇ ਵਿੱਚ ਇਹ ਵੀ ਹੋਣਗੇ ਕਿ ਜਦੋਂ CBI ਦੀ ਮੰਗ ਕੀਤੀ ਗਈ ਤੇ ਅਗਲੇ ਦਿਨ ਹੀ CBI ਦਾ ਜਿਵੇਂ ਕਹਿੰਦੇ ਹੁੰਦੇ ਆ ਜਿਹੜੀ ਉਹ ਦੇ ਦਿੱਤੀ ਗਈ। ਕਿਸੇ ਤਰ੍ਹਾਂ ਦੀ ਜਿਹੜੀ ਆ ਮਨ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀਂ ਸੀ। ਉਹ ਬਾਕੀ ਮਨਿੰਦਰ ਜੀ, ਇਹ ਗੱਲਾਂ ਜਦੋਂ ਸਰਕਾਰ ਦੇ ਅੰਦਰ ਹੁੰਨੇ ਆ, ਤੇ ਉਹ ਜਿਹੜੀ ਸਰਸੇ ਵਾਲੀ ਮਾਫੀ ਵਾਲੀ ਗੱਲ ਆ, ਉਹ ਜੇ ਹੋ ਗਈ ਸੀ ਤਾਂ ਉਹਨੂੰ ਵਾਪਸ ਲਿਆ ਗਿਆ। ਅਸੀਂ ਉਸ ਮਾਫੀ ਨੂੰ ਸਭ ਤੋਂ ਵੱਡੀ ਗਲਤੀ ਮੰਨਦੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ। ਬੰਦੇ ਦੇ ਚੱਲਦਿਆਂ ਗਲਤੀਆਂ ਹੋ ਜਾਂਦੀਆਂ, ਇਹ ਗੱਲ ਨੂੰ ਅਸੀਂ ਮੰਨਣ ਤੋਂ ਕੋਈ ਗਰੇਜ ਨਹੀਂ ਕਰਦੇ। ਪਰ ਮਸਲਾ ਇਹ ਹੈ ਕਿ ਬੇਮਤਲਬ ਆ। ਹੁਣ ਦੇਖੋ, ਬੇਲੋੜਾ ਤੁਸੀਂ ਨਾ ਜੇ ਘਸੀਟੋਗੇ, ਅਸੀਂ ਤਾਂ ਦੇਖੋ ਇਸ ਗੱਲ ਦਾ ਕੋਈ ਮੁੱਲ ਹੀ ਹੈ ਨਹੀਂ ਕਿ ਜਿੰਨੀ ਦੇਰ ਇਨਕੁਆਰੀ ਹੋਈ ਹੈ, ਆ ਪੁਲਿਸ ਅਫਸਰ ਜਿਹੜੇ ਆ ਅੰਦਰ ਗਏ ਆ ਜਾਂ ਉਹਨਾਂ ਦੇ ਕੀ ਨਾ ਪਰਚੇ ਹੋ ਰਹੇ ਆ ਜਾਂ ਉਹਨਾਂ ਨੂੰ ਪੇਸ਼ੀਆਂ ਹੋ ਰਹੀਆਂ, ਉਹਨਾਂ ਨੇ ਆਪਦੇ ਵਕੀਲ ਕੀਤੇ ਆ, ਆਪਣੀ ਉਹ ਉੱਥੇ ਚਾਰਾਜੋਈ ਕਰ ਰਹੇ ਆ। ਸੋ ਕਦੇ ਅਕਾਲੀ ਦਲ ਨੇ ਕਿਸੇ ਇੱਕ ਥਾਂ ਤੇ ਵੀ ਇਹ ਗੱਲ ਕਹੀ ਕਿ ਤੁਸੀਂ ਇਨਕੁਆਰੀ ਨੂੰ ਰੋਕੋ ਜਾਂ ਹੋਰ ਕੁਝ ਕਰੋ? ਜਿੰਨੀ ਦੇਰ ਤੱਕ ਇਨਕੁਆਰੀਆਂ ਚੱਲਦੀਆਂ ਰਹੀਆਂ, ਅਸੀਂ ਹੱਥ ਜੋੜ ਕੇ ਖੜੇ ਰਹੇ ਕਿ ਜਿਹੜਾ ਵੀ ਸਵਾਲ ਜਿੱਥੇ ਵੀ ਤੁਸੀਂ ਪੁੱਛਣਾ ਚਾਹੋਗੇ, ਵੱਡੇ ਲੀਡਰਾਂ ਤੋਂ ਸਵਾਲ ਪੁੱਛੇ ਗਏ, ਉਹਨਾਂ ਨੂੰ ਤਲਬ ਕਰਕੇ ਪੁੱਛਿਆ ਗਿਆ। ਅਸੀਂ ਇਸ ਗੱਲ ਤੋਂ ਕਦੇ ਗਰੇਜ ਨਹੀਂ ਕੀਤੀ। ਸੋ ਮੈਂ ਬੇਨਤੀ ਕਰਾਂਗਾ, ਕਿਉਂਕਿ ਇਸ ਗੱਲ ਦੇ ਪਿੱਛੇ ਬੜੀਆਂ ਵੱਡੀਆਂ ਸਾਜ਼ਿਸ਼ਾਂ ਨੇ। ਮੈਂ ਤਾਂ ਕਲੀਅਰ ਇਹ ਗੱਲ ਕਰਦਾ ਕਿ ਅੱਜ ਦੇ ਸਮੇਂ 'ਚ ਇਹ ਲੋੜ ਆ। ਪਿਛਲੇ ਸਮੇਂ ਅਕਾਲੀ ਦਲ ਦੀ ਪੂਰੀ ਪੜਤਾਲ ਕੀਤੀ ਗਈ ਹੈ, ਪਰ ਮੈਂ ਚਾਹੂੰਗਾ ਕਿ ਉਸ ਸਮੇਂ ਦੀਆਂ ਜਿਹੜੀਆਂ ਪਾਰਟੀਆਂ ਜਾਂ ਜਿਹੜੇ ਲੋਕ ਜਿਨ੍ਹਾਂ ਨੂੰ ਇਸ ਗੱਲ ਦਾ ਸਿਆਸੀ ਫਾਇਦਾ ਹੋਇਆ, ਖਾਸ ਤੌਰ ਤੇ ਕਾਂਗਰਸ ਤੇ ਆਮ ਆਦਮੀ, ਉਹਨਾਂ ਦੀ ਉਸ ਸਮੇਂ ਦੀ ਕਾਰਗੁਜ਼ਾਰੀ ਨੂੰ, ਲੀਡਰਸ਼ਿਪ ਦੀ ਕਾਰਗੁਜ਼ਾਰੀ ਨੂੰ ਕਿਉਂ ਨਹੀਂ ਦੇਖਿਆ ਜਾ ਰਿਹਾ, ਕਿਉਂ ਨਹੀਂ ਉਹਨੂੰ ਵਿਚਾਰਿਆ ਜਾ ਰਿਹਾ? ਇੱਕ ਕਾਰਨ ਤੁਸੀਂ ਦੇਖ ਰਹੇ ਹੋ, ਉਸ ਕਾਰਨ ਦੇ ਵਿੱਚ ਅੱਜ ਤੱਕ ਤੁਹਾਨੂੰ ਕੁਝ ਨਹੀਂ ਲੱਭਾ
ਤੇ ਅਸੀਂ ਫਿਰ ਵੀ ਅੱਜ ਵੀ ਇਹ ਗੱਲ ਕਹਿੰਦੇ ਆ, ਸਰਕਾਰ ਤੁਹਾਡੀ ਹੈ, ਪੁਲਿਸ ਵੀ ਤੁਹਾਡੀ ਹੈ, ਫੈਸਲੇ ਵੀ ਤੁਹਾਡੇ ਨੇ, ਉਹਦੇ ਬਾਵਜੂਦ ਵੀ ਤੁਸੀਂ ਫੈਸਲਾ ਕਰੋ, ਲੱਭੋ ਜੇ ਇਸ ਗੱਲ 'ਚ ਕੋਈ ਗੱਲ ਲੱਭੀ ਜਾ ਸਕਦੀ ਆ। ਜੀ ਗਰੇਵਾਲ ਜੀ, ਮੈਂ ਇਹੋ ਹੀ ਗੱਲ ਕਹੀ ਆ। ਜੀ 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 ਮੈਂ ਇਹ ਕਹਿਣਾ, ਮੈਂ ਬਿਲਕੁਲ ਤੁਹਾਡੇ ਤੋਂ ਇੱਕ ਛੋਟਾ ਜਿਹਾ ਜਿਹੜਾ ਇਸ ਮੁੱਦੇ ਤੇ ਸਵਾਲ ਲੈ ਰਿਹਾ। ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਲੱਭੋ, ਪਰ ਜਿਹੜਾ ਸੁਖਬੀਰ ਬਾਦਲ ਹੋਣਾ ਨੇ ਸਵਾਲ ਖੜਾ ਕੀਤਾ, ਉਹ ਕਹਿੰਦੇ ਵੀ ਤੁਸੀਂ ਤਾਂ ਜਿਹੜੀਆਂ ਸ਼ਰਤਾਂ ਦੇ ਨਾਲ ਨਿਯੁਕਤੀਆਂ ਦੇ ਰਹੇ ਹੋ ਕਿ ਬਾਦਲਾਂ ਨੂੰ ਹੱਥ ਪਾਓਗੇ ਤਾਂ ਤੁਹਾਨੂੰ ਨਿਯੁਕਤੀ ਦਿੱਤੀ ਜਾਏਗੀ, ਫਿਰ ਕਿੱਦਾਂ ਆਪਾਂ ਇਹਨਾਂ ਨੂੰ ਕਹਿੰਦੇ ਕਿੱਦਾਂ ਲੱਭਣਗੇ? ਸਿੱਧੂ ਸਾਹਿਬ ਮੈਂ ਇਹੀ ਬੇਨਤੀ ਕਰਦਾ ਕਿ ਇੱਥੇ ਤਾਂ ਹਾਲਾਤ ਹੀ ਇਹ ਨੇ ਕਿ ਦੇਖੋ, ਗੁੱਸਾ ਨਾ ਕਰਿਓ, ਸਾਰੀ ਦੁਨੀਆ ਜਾਣਦੀ ਹੈ, ਜਿਵੇਂ ਮਿੱਡਾ ਜੀ ਗੱਲ ਕਰ ਰਹੇ ਸੀ ਨਾ, ਸਾਰੀ ਦੁਨੀਆ ਇਸ ਗੱਲ ਦੀ ਮੰਗ ਕਰ ਰਹੀ ਆ। ਅੱਜ ਦੀ ਤਰੀਕ 'ਚ ਸਾਰੀ ਦੁਨੀਆ ਜਾਣਦੀ ਆ ਕਾਂਗਰਸ ਦਾ 4.5 ਸਾਲ ਪੌਣੇ 5 ਸਾਲ ਦਾ ਕਾਰਜਕਾਲ ਕਿਸ ਤਰ੍ਹਾਂ ਦਾ। ਸੋ ਉਸ ਕਾਰਜਕਾਲ ਨੂੰ ਢਕਣ ਵਾਸਤੇ ਨਵਾਂ ਵਿਵਾਦ ਖੜਾ ਕਰ ਦਿਓ, ਕਿਉਂਕਿ ਇਸ ਗੱਲ ਦਾ ਨਿਆਂ ਦਿੱਤਾ ਜਾ ਸਕੇ ਨਾ ਦਿੱਤਾ ਜਾ ਸਕੇ, ਇਸ ਗੱਲ ਨੂੰ ਖੜਾ ਕਰਕੇ ਕਿ ਹੁਣ ਜੀ ਚੰਨੀ ਸਾਹਿਬ ਆ ਗਏ ਨੇ। ਅਸੀਂ ਤਾਂ ਫਿਰ ਵੀ ਕਹਿੰਦੇ ਆ ਵੀ ਚੰਨੀ ਸਾਹਿਬ ਵੀ ਉਸੇ ਪਾਰਟੀ ਦੇ ਬੰਦੇ ਨੇ, ਉਸੇ ਸਿਸਟਮ ਦਾ ਹਿੱਸਾ ਰਹੇ ਨੇ, ਸੋ ਕੀ ਕਰਨਗੇ, ਚੰਗਾ ਕਰਨ ਅਸੀਂ ਤਾਂ ਆਸ ਕਰਦੇ ਆ। ਪਰ ਇਹ ਜਿਹੜੀ ਗੱਲ ਚੱਲ ਰਹੀ ਆ, ਜੋ ਕਾਨਾਫੂਸੀ ਚੱਲ ਰਹੀ ਆ, ਜੋ ਗੱਲ ਸੁਣੀ ਜਾ ਰਹੀ ਆ, ਇਹ ਗੱਲ ਕੋਈ ਲੁਕੀ ਨਹੀਂ ਗਈ। ਆਪਾਂ ਇੱਕ ਪਰਿਵਾਰਕ ਰੂਪ ਵਿੱਚ ਬਹਿੰਦੇ ਆ, ਸਾਰੀਆਂ ਗੱਲਾਂ ਇੱਕ ਦੂਜੇ ਤੱਕ ਪਹੁੰਚ ਜਾਂਦੀਆਂ। ਸੋ ਇਹ ਗੱਲਾਂ ਜਿਹੜੀਆਂ ਜਾ ਰਹੀਆਂ, ਇਹ ਗੱਲਾਂ ਸਹੀ ਨੇ। ਇਹ ਇਸ ਕਰਕੇ ਇਹ ਜਿਹੜਾ ਇਹ ਛੜਯੰਤਰ ਰਚਿਆ ਜਾ ਰਿਹਾ ਅਕਾਲੀ ਦਲ ਨੂੰ ਜਾਂ ਬਾਦਲ ਸਾਹਿਬ ਨੂੰ ਅੰਦਰ ਕਰਨ ਲਈ, ਇਸ ਗੱਲ ਨੂੰ ਤੁਸੀਂ ਨਾ ਕਰੋ। ਲੱਭੋ ਕਿ ਕੌਣ ਇਹਦੇ ਪਿੱਛੇ ਦੋਸ਼ੀ ਆ, ਤਾਂ ਲੋਕ ਤੁਹਾਨੂੰ ਸਰਕਾਰ ਦੇਣਗੇ। ਜੀ ਰਿੰਪਲ ਮਿੱਡਾ ਜੀ ਬਹੁਤ ਅਹਿਮ ਜਿਹੜਾ ਹੈਗਾ ਸਵਾਲ ਛੱਡ ਕੇ ਜਾ ਰਹੇ ਗਰੇਵਾਲ ਜੀ। ਉਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਤਾਂ ਪਹਿਲਾਂ ਚਾਹੇ ਗੱਲ ਕਰ ਲਈ ਆਪਾਂ ਸਿਰਸਾ ਸਾਹਿਬ ਦੀ, ਉਸ ਮੌਕੇ ਤੇ ਵੀ ਜੋ ਗਲਤੀਆਂ ਹੋਈਆਂ ਉਹਦੀ ਵੀ ਮਾਫੀ ਮੰਗੀ, ਸਾਰੀ ਦੁਨੀਆ ਜਾਣਦੀ ਹੈ, ਸਾਨੂੰ ਲੋਕਾਂ ਨੇ ਸਜ਼ਾ ਵੀ ਦਿੱਤੀ। ਉਹ ਅਧਿਕਾਰੀਆਂ ਦੇ ਉੱਤੇ ਵੀ ਸਵਾਲ ਉਠਾਉਂਦੇ ਆ ਕਿ ਜਿਸ ਤਰੀਕੇ ਨਾਲ ਨਿਯੁਕਤੀਆਂ ਕੀਤੀਆਂ ਜਾ ਰਹੀਆਂ, ਸਭ ਤੋਂ ਵੱਡੀ ਗੱਲ ਉਹ ਕਹਿ ਰਿਹਾ ਕਿ ਇੱਕ ਸਾਜ਼ਿਸ਼ ਦੇ ਅਧੀਨ ਇਹ ਸਾਰਾ ਮਾਮਲਾ ਉਠਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ ਔਰ ਬਾਦਲਾਂ ਨੂੰ ਅੰਦਰ ਕੀਤਾ ਜਾ ਸਕੇ। ਬਲਕਿ ਕਹਿੰਦੇ ਲੱਭਣ ਥੋੜਾ ਉਸ ਸਮੇਂ 'ਚ ਕਾਂਗਰਸ ਤੇ ਆਪਦੀ ਕੀ ਭੂਮਿਕਾ ਰਹੀ। ਅਹਿਮ ਸਵਾਲ ਹੈ ਜਿਹੜੇ ਇਸ ਮੁੱਦੇ ਤੇ ਜਵਾਬ ਦੀ ਮੰਗ ਕਰਦੇ ਆ। ਜੀ ਰਿੰਪਲ ਮਿੱਡਾ ਜੀ। ਦੇਖੋ, ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਜਿਹੜਾ ਕਾਂਗਰਸ ਜਿਹੜੀ ਹੈ ਪੰਥਕ ਮਰਿਆਦਾਵਾਂ ਦੀ ਗੱਲ ਨਾ ਕਰੇ। ਮੈਂ ਇਸ ਗੱਲ ਤੋਂ ਸਦਾ ਹੀ ਜਿੱਥੇ ਵੀ ਬੇਅਦਬੀ ਦੇ ਮਸਲੇ ਦੇ ਉੱਤੇ ਗੱਲ ਹੋਈ ਹੈ, ਮੈਂ ਉੱਥੇ ਇਸ ਗੱਲ ਨੂੰ ਹਮੇਸ਼ਾ ਬਹੁਤ ਜ਼ੋਰਦਾਰ ਤਰੀਕੇ ਨਾਲ ਉਠਾਇਆ ਹੈ ਕਿ ਕੋਈ ਵੀ ਪੰਥਕ ਗੱਲ ਕਰਨ ਦਾ ਕੋਈ ਹੱਕ ਇਕੱਲੇ ਅਕਾਲੀ ਦਲ ਬਾਦਲ ਪਰਿਵਾਰ ਨੂੰ ਨਹੀਂ ਹੈ, ਔਰ ਉਸ ਦਾ ਹੱਕ ਜਿਹੜਾ ਹੈ ਉਹ ਸਾਨੂੰ ਵੀ ਹੈ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸੱਚੀ ਸੁੱਚੀ ਸ਼ਰਧਾ ਰੱਖਦੇ ਹਾਂ, ਨਿਤਨੇਮੀ ਆ। ਔਰ ਉਸ ਤੋਂ ਇਲਾਵਾ ਸਾਡੀ ਪਾਰਟੀ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਜਿਹੜੇ ਮੌਜੂਦ ਨੇ, ਸਾਡੇ ਕੋਲ ਸੁਖਜਿੰਦਰ ਰੰਧਾਵਾ ਅੰਮ੍ਰਿਤਧਾਰੀ ਨੇ, ਰਮਨਜੀਤ ਸਿੱਕੀ, ਹਰਮੰਦਰ ਸਿੰਘ ਗਿੱਲ। ਕੀ ਕਾਂਗਰਸ ਇਸ ਗੱਲ ਦੇ ਉੱਤੇ ਇਹ ਕਹਿ ਦੇਣਾ ਕਿ ਕਾਂਗਰਸ ਪਾਰਟੀ ਨੂੰ ਪੰਥਕ ਮਰਿਆਦਾ ਦੇ ਉੱਤੇ ਗੱਲ ਕਰਨ ਦਾ ਅਧਿਕਾਰ ਨਹੀਂ ਹੈ? ਮੈਨੂੰ ਲੱਗਦਾ ਹੈ ਕਿ ਇਹ ਇੱਕ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸੋ ਕਾਲਡ ਆਪਦੇ ਆਪ ਨੂੰ ਬਿਲਕੁਲ ਜਿਹਨੂੰ ਆਪਾਂ ਜਕੜਨ ਚ ਲੈ ਲੈਣਾ ਵੀ ਪੰਥ ਹੀ ਸਾਡਾ ਹੈ ਔਰ ਪੰਥਕ ਮਰਿਆਦਾ ਦੀ ਗੱਲ ਇਕੱਲੀ ਅਸੀਂ ਕਰਨੀ ਹੈ, ਜੇ ਕੋਈ ਹੋਰ ਕਰੇਗਾ ਤਾਂ ਉਹ ਪੰਥ ਵਿਰੋਧੀ ਹੈ। ਜੀ ਪੰਥਕ ਮਰਿਆਦਾ ਦੀ ਗੱਲ ਤੁਸੀਂ ਕਰਦੇ ਹੋ, ਪਰ ਗਰੇਵਾਲ ਸਾਹਿਬ ਵੀ ਕਹਿੰਦੇ ਆ ਕਿ ਅਧਿਕਾਰੀਆਂ ਦੀ ਨਿਯੁਕਤੀ ਉਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਜਿਹੜੇ ਨਵੇਂ ਮੁੱਖ ਮੰਤਰੀ ਆਏ ਆ ਉਹ ਕਹਿੰਦੇ ਜੀ ਸਦਕੇ ਜਾਂਚ ਕਰਨ ਔਰ ਸਾਹਮਣੇ ਆਉਣੀ ਚਾਹੀਦੀ ਹੈ, ਪਰ ਸ਼ਰਤਾਂ ਦੇ ਨਾਲ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਕਿ ਬਾਦਲਾਂ ਨੂੰ ਅੰਦਰ ਰੱਖਿਆ ਜਾਏਗਾ। ਇਹ ਸਵਾਲ ਵੱਡਾ ਖੜਾ ਕਰ ਰਿਹਾ ਗਰੇਵਾਲ ਜੀ। ਦੇਖੋ, ਗੱਲ ਇਹ ਹੈ, ਇਸ ਦੇ ਕੋਈ ਪੁਖਤਾ ਸਬੂਤ ਹੈ ਇਹਨਾਂ ਕੋਲੇ? ਕੋਈ ਕਿਸੇ ਤਰ੍ਹਾਂ ਦਾ ਕੋਈ ਪੁਖਤਾ ਸਬੂਤ ਜਿਸ ਦੇ ਉੱਤੇ ਦੇਖੋ ਲਾਂਛਨ ਆਉਣਾ ਔਰ ਕਿਸੇ ਤੋਂ ਧੱਬਾ ਸਿੱਟਣਾ, ਕੋਈ ਸ਼ੱਕ ਕਰਨਾ, ਇਹ ਤਾਂ ਇੱਕ ਵੱਖਰੀ ਗੱਲ ਹੈ। ਪਰ ਇਹ ਸਾਰੇ ਲੋਕ ਜਾਣਦੇ ਨੇ। ਜਿੱਥੇ ਗੱਲ 4.5 ਸਾਲਾਂ ਦੀ ਜਦੋਂ ਕਰਦੇ ਨੇ ਨਾ, ਤਾਂ ਮੈਂ ਫਿਰ ਕਹਿ ਦੇਣਾ ਚਾਹਣਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਜੇਕਰ ਬਾਦਲ ਪਰਿਵਾਰ ਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਉਸ ਬੇਅਦਬੀ ਦਾ ਦੇ ਉੱਤੇ ਕਿਸੇ ਨੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ ਗੁਰੂ ਸਾਹਿਬ ਨੇ ਨਤਾਰਾ ਕਰਨਾ ਹੈ। ਔਰ ਜਿਸ ਮੁੱਖ ਮੰਤਰੀ ਨੇ ਇਸ ਦੇ ਉੱਤੇ ਦੇਰੀ ਕੀਤੀ ਹੈ, ਉਸ ਨੂੰ ਖਮਿਆਜਾ ਭੁਗਤਣਾ ਪੈ ਗਿਆ। ਔਰ ਇਸ ਲਈ ਤੁਹਾਨੂੰ ਮੈਂ ਗਰੇਵਾਲ ਸਾਹਿਬ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਪਰਿਵਾਰ, ਇਹ ਪਿਓ ਪੁੱਤ ਲਈ ਨਾ ਇੰਨਾ ਚੂਜੋ। ਜੇ ਚੂਜਣਾ ਹੈ ਤਾਂ ਆਪਾਂ ਉਹ ਪੰਜਾਬ ਦੇ ਵਿੱਚੋਂ ਨਿਕਲੀ ਆਵਾਜ਼, ਉਸ ਨੂੰ ਆਪਾਂ ਪੂਰਾ ਕਰਨ ਲਈ ਚੂਜੀਏ, ਤਾਂ ਹੀ ਸਾਨੂੰ ਜਿਹੜਾ ਹੈ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਏਗਾ।
ਮਿੱਡਾ ਜੀ ਤੁਸੀਂ ਸਮੇਂ ਮੁਤਾਬਕ ਆਪਣੀ ਸਾਰੀ ਗੱਲ ਕਹਿ ਵੀ ਰਹੀ ਹੈ। ਗਰੇਵਾਲ ਜੀ ਕਾਫੀ ਦੇਰ ਦੇ ਇੰਤਜ਼ਾਰ ਹੈ। ਗਰੇਵਾਲ ਜੀ ਤੁਸੀਂ ਸਵਾਲ ਸੁਣ ਹੀ ਰਿਹਾ, ਉਹਨਾਂ ਨੇ ਕਹਿ ਰਿਹਾ ਕਿ ਤੁਸੀਂ ਬਾਦਲਾਂ ਨੂੰ ਡਿਫੈਂਡ ਕਰਨ ਦੇ ਲਈ ਜਿਹੜੇ ਇਸ ਲਈ ਨਾ ਜੂਝੋ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਜੀ ਗਰੇਵਾਲ ਸਾਹਿਬ। ਮੈਂ ਨਾ ਪਹਿਲਾਂ ਵੀ ਮਿੱਡਾ ਸਾਹਿਬ ਦਾ ਕਿਹਾ ਸੀ, ਮੈਂ ਸਤਿਕਾਰ ਕਰਦਾ ਮਿੱਡਾ ਸਾਹਿਬ ਦੀ ਜਿਹੜੀ ਭਾਵਨਾ ਵਾ, ਇਹ ਕਹਿੰਦੇ ਗੁਰੂ ਪ੍ਰਤੀ ਆਸਥਾ ਰੱਖਦੇ ਆ, ਮੈਂ ਉਸ ਦਾ ਹੱਥ ਜੋੜ ਕੇ ਨਮਸਕਾਰ ਕਰਦਾ ਕਿ ਤੁਹਾਡੇ ਮਨ ਦੀ ਭਾਵਨਾ ਚੰਗੀ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਇੱਥੇ ਇਹ ਨਹੀਂ ਕਿਹਾ ਕਿ ਬਾਦਲ ਪਰਿਵਾਰ ਨੇ ਇਕੱਲੇ ਦਾ ਠੇਕਾ ਰਿਹਾ। ਅਸੀਂ ਕਦੇ ਨਹੀਂ ਕਿਹਾ ਕਿ ਇਸ ਗੱਲ ਲਈ ਪੰਥ ਦੀ ਗੱਲ ਜੇ ਇਕੱਲਾ ਬਾਦਲ ਪਰਿਵਾਰ ਕਰਦਾ ਸਾਰੇ ਹੀ ਕਰ ਸਕਦੇ ਆ, ਅਸੀਂ ਕਦੋਂ ਰੋਕਿਆ। ਪਰ ਇਹਨਾਂ ਦੀ ਮੈਂ ਇਸ ਗੱਲ ਦਾ ਜਵਾਬ ਦਿੰਦਾ, ਜਿਨ੍ਹਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ ਉਹ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਤੇ ਉਹ ਇਹ ਗੱਲ ਕਰ ਰਹੇ ਨੇ। ਹੁਣ ਤੁਸੀਂ ਮੈਨੂੰ ਆਪ ਹੀ ਨਿਆਂ ਦੇ ਦਿਓ, ਅਮਰਿੰਦਰ ਜੀ ਬੈਠੇ ਆ ਵੀ ਇਸ ਗੱਲ ਦਾ ਕਰ ਦੇਣਗੇ ਕਿ ਜਿਹੜੇ ਸਾਡੇ ਰੰਧਾਵਾ ਸਾਹਿਬ ਆ, ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਇੰਦਰਾ ਗਾਂਧੀ ਦੇ ਇਸ ਫੈਸਲੇ ਦਾ ਸਵਾਗਤ ਉਹਨਾਂ ਨੇ ਕੀਤਾ ਕਿ ਨਹੀਂ ਕੀਤਾ। ਹੁਣ ਮੈਨੂੰ ਦੱਸੋ ਕਿ ਉਹ ਬਹੁਤ ਸਤਿਕਾਰਯੋਗ ਹੋਣਗੇ, ਅੰਮ੍ਰਿਤਧਾਰੀ ਵੀ ਹੋਣਗੇ, ਪਰ ਉਹਦੀ ਭਾਵਨਾ ਇੱਕ ਸਿੱਖ ਹੋਣ ਦੇ ਨਾਤੇ ਦਰਬਾਰ ਸਾਹਿਬ ਦੇ ਹਮਲੇ ਨੂੰ ਉਹ ਚੰਗਾ ਕਹਿੰਦੇ ਆ ਤੇ ਸਵਾਗਤ ਕਰਦੇ ਆ। ਇਸ ਗੱਲ ਲਈ ਹੁਣ ਕਿਵੇਂ ਮੰਨਾਂ ਮੈਂ? ਸੋ ਮਿੱਡਾ ਸਾਹਿਬ ਇਹ ਗੱਲਾਂ ਨਹੀਂ ਹੈਗੀਆਂ। ਫਿਰ ਹੁਣ ਮੈਂ ਕਹਿ ਦਿੰਦਾ ਕਿ ਅਸਲੀ ਸਿੱਖ ਜਿਹੜੇ ਆ, ਬਾਕੀ ਦੋ ਨਾਵਾਂ ਦੀ ਚਰਚਾ ਕਰ ਲਓ ਨਾ। ਦੇਖੋ ਦੋ ਹੋਰ ਨਾਮ ਵੀ ਬੋਲੇ ਸੀ। ਨਹੀਂ ਮੇਰੀ ਸੁਣੋ ਗੱਲ, ਮੈਂ ਦੱਸਣਾ ਗੱਲ ਨਹੀਂ, ਉਹ ਨਹੀਂ ਤੁਸੀਂ ਬਰੀ ਕਰ ਰਹੇ ਹੋ ਉਹਨਾਂ ਨੂੰ, ਮਿੱਡਾ ਸਾਹਿਬ ਨੂੰ ਦੋਸ਼ੀ, ਆਪਣੇ ਰੰਧਾਵਾ ਸਾਹਿਬ ਨੂੰ ਦੋਸ਼ੀ ਦਿੰਦੇ ਹੋ ਜਾਂ ਬਰੀ ਕਰਦੇ ਹੋ? ਨਹੀਂ, ਮੈਂ ਦੇਖੋ ਗੱਲ ਇਹ ਹੈ, ਮੈਂ ਕਹਿੰਦਾ ਕਿ ਹਰ ਇੱਕ ਦਾ ਕਰੈਕਟਰ ਜਿਹੜਾ ਹੈ, ਹਰ ਇੱਕ ਦਾ ਕਿਰਦਾਰ ਜਿਹੜਾ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਆ, ਚੰਗੀ ਤਰ੍ਹਾਂ ਜਾਣਦੇ ਆ। ਗਰੇਵਾਲ ਸਾਹਿਬ ਤੁਹਾਡਾ ਬੈਠੇ ਜਵਾਬ ਦੇ ਦਿਓ। ਗਰੇਵਾਲ ਸਾਹਿਬ ਤੁਹਾਡਾ ਕਿਰਦਾਰ, ਰੰਧਾਵਾ ਸਾਹਿਬ ਨੇ ਜਿਹੜਾ ਬਲੂ ਸਟਾਰ ਆਪਰੇਸ਼ਨ ਦਾ ਸਵਾਗਤ ਕੀਤਾ, ਉਹਨਾਂ ਦੇ ਪਰਿਵਾਰ ਨੇ ਕੀਤਾ ਇੰਦਰਾ ਗਾਂਧੀ ਦਾ, ਉਹ ਦੱਸੋ ਚੰਗਾ ਸੀ ਮਾੜਾ ਸੀ? ਹੁਣੇ ਦੱਸ ਦਿਓ, ਤੁਸੀਂ ਦੱਸੋ। ਦੇਖੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਤਰ੍ਹਾਂ ਦਾ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ। ਜਿਹੜੀਆਂ ਗੱਲਾਂ ਕੋਈ ਪਿਛੋਕੜ ਦੀਆਂ ਹਨ ਉਹ ਮੇਰੀ ਜਿਹੜੀਆਂ ਧਿਆਨ 'ਚ ਨਹੀਂ ਆ, ਤੁਸੀਂ ਹੁਣ ਦੱਸ ਰਹੇ ਹੋ, ਉਹਦਾ ਕੋਈ ਫਰਕ। ਉਹਨਾਂ ਨੇ ਅਸੈਂਬਲੀ ਦੇ ਮਿੰਟ ਵਿੱਚ ਮੰਨਿਆ ਕਿ ਹਾਂ ਅਸੀਂ ਇਸ ਗੱਲ ਦਾ ਸਵਾਗਤ ਕੀਤਾ, ਉਹਨਾਂ ਨੇ ਮੰਨਿਆ, ਰਿਕਾਰਡ ਹੈ ਉਹ। ਰਿਕਾਰਡ ਮੈਂ ਨਹੀਂ ਬਣਾਇਆ ਜਾਂ ਸਿੱਧੂ ਸਾਹਿਬ ਨੇ ਨਹੀਂ ਬਣਾਇਆ, ਉਹ ਰਿਕਾਰਡ ਅਸੈਂਬਲੀ ਦੇ ਵਿੱਚ ਹੈ ਜੋ ਉੱਥੇ ਬੋਲੇ ਨੇ। ਸੋ ਏਦਾਂ ਵੀ ਜਿਹੜੀ ਗੱਲ ਸਾਹਮਣੇ ਸਪਸ਼ਟ ਆ, ਉਸ ਗੱਲ ਤੋਂ ਮੈਂ ਕਿਹਾ ਨਾ ਗਲਤੀ ਕੀਤੀ, ਸੌਦਾ ਸਾਹਿਬ ਨੂੰ ਮਾਫ ਕੀਤੀ, ਸਾਡੀ ਵੱਡੀ ਗਲਤੀ ਸੀ। ਕੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੁਖਜਿੰਦਰ ਰੰਧਾਵਾ ਨੇ ਜਿਹੜੀ ਗਲਤੀ ਕੀਤੀ? ਗਰੇਵਾਲ ਜੀ ਤੁਹਾਡਾ ਗਰੇਵਾਲ ਜੀ ਤੁਹਾਡਾ ਕਰਕੇ ਚਲੋ। ਓਕੇ ਗਰੇਵਾਲ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ, ਪਰ ਇੱਕ ਜਿਹੜਾ ਮਿੱਡਾ ਜੀ ਬਾਰ-ਬਾਰ ਜਿਸ ਗੱਲ ਨੂੰ ਰਿਪੀਟ ਕਰ ਰਿਹਾ, ਉਹ ਇਹ ਵੀ ਕਹਿ ਰਿਹਾ ਹੈ ਕਿ ਵੀ ਮੈਂ ਨਾਂ ਲਿਆ ਬਾਦਲਾਂ ਦੇ ਪਿਓ ਪੁੱਤਰ ਦਾ, ਉਹਨਾਂ ਬਾਰੇ ਵੀ ਕਮੈਂਟਸ ਕਰੋ ਜੀ। ਛੋਟਾ ਜਿਹਾ ਜਵਾਬ, ਮੈਂ ਉਸ ਤੋਂ ਬਾਅਦ ਅਮਰਿੰਦਰ ਜੀ ਇੰਤਜ਼ਾਰ ਕਰ ਰਿਹਾ ਜੀ। ਗਰੇਵਾਲ ਸਾਹਿਬ, ਇਹ ਗੱਲ ਕਹੀ ਆ ਜੀ, ਜਾਂਚ ਤੁਹਾਡੀ ਆ, ਤੁਹਾਡੀ ਜਾਂਚ ਦੇ ਵਿੱਚ ਹਾਲ ਤੱਕ ਕੋਈ ਨਾਂ ਹੀ ਨਹੀਂ ਆਇਆ। ਇਹਦੇ ਤੇ ਜੇ ਮਿੱਡਾ ਸਾਹਿਬ ਇੱਥੇ ਬੈਠੇ ਕਹਿ ਦੇਣਗੇ ਜਾਂ ਚਾਰ ਬੰਦੇ ਹੋਰ ਕਹਿ ਦੇਣਗੇ ਸਿਆਸੀ ਵਿਰੋਧੀ ਆ, ਕੁਛ ਮਰਜ਼ੀ ਕਹਿ ਸਕਦੇ, ਜਿੰਨੀ ਗਰੇਵਾਲ ਸਾਹਿਬ ਤੱਥ ਹੀ ਨਹੀਂ ਆਉਂਦੇ। ਜੀ ਗਰੇਵਾਲ ਸਾਹਿਬ, ਤੁਸੀਂ ਮੈਨੂੰ ਤਾਂ ਸਵਾਲ ਪੁੱਛ ਲਿਆ, ਮੈਨੂੰ ਤਾਂ ਸਵਾਲ ਪੁੱਛ ਲਿਆ। ਮੈਨੂੰ ਪਤਾ ਹੈ ਕਿ ਤੁਹਾਡੀ ਗੁਰੂ ਸਾਹਿਬ ਦੇ ਵਿੱਚ ਬਹੁਤ ਸ਼ਰਧਾ ਹੈ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਵੀ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਉਸ ਦੇ ਉੱਤੇ ਕੋਈ ਝੂਠ ਬੋਲੋਗੇ। ਤੁਸੀਂ ਬਾਦਲ ਪਰਿਵਾਰ ਨੂੰ ਇਹ ਸਾਰੇ ਘਟਨਾ ਚੱਕਰ ਦੇ ਵਿੱਚ ਕਿ ਤੁਸੀਂ ਆਪਣੇ ਦਿਲ ਔਰ ਜ਼ਮੀਰ ਨਾਲ ਕਹਿਣਾ ਕਿ ਤੁਸੀਂ ਉਹਨਾਂ ਨੂੰ ਬੇਦੋਸ਼ਾ, ਆਪਦੇ ਇਕੱਲੇ ਤੁਸੀਂ ਇੰਡੀਵਿਜੂਅਲ ਤੌਰ ਦੇ ਉੱਤੇ ਕਿ ਤੁਸੀਂ ਉਹਨਾਂ ਨੂੰ ਬੇਦੋਸ਼ਾ ਕਰਾਰ ਦਿੰਦੇ ਹੋ? ਤੁਹਾਡਾ ਦਿਲ ਕਹਿੰਦਾ ਕਿ ਉਹਨਾਂ ਦਾ ਇਸ ਗੱਲ ਦੇ ਵਿੱਚ ਕੋਈ ਦੋਸ਼ ਨਹੀਂ? ਬਿਲਕੁਲ ਸਪਸ਼ਟ ਹੈ ਇਸ ਗੱਲ ਤੇ ਕਿ ਕੋਈ ਵੀ ਵਿਅਕਤੀ, ਜਿਹੜਾ ਵੀ ਵਿਅਕਤੀ, ਭਾਵੇਂ ਮੇਰਾ ਹੋਵੇ, ਮੇਰਾ ਲੀਡਰ ਹੋਵੇ, ਕੋਈ ਵੀ ਜਿੱਡਾ ਮਰਜ਼ੀ ਹੋਵੇ, ਮੈਂ ਨਾ ਤਾਂ ਉਹਨੂੰ ਬਚਾਊਂਗਾ ਤੇ ਨਾ ਹੀ ਬਚ ਸਕਦਾ। ਮੈਂ ਬਿਲਕੁਲ ਕਹੂੰਗਾ ਕਿ ਜੇ ਉਹ ਦੋਸ਼ੀ ਹੋਣਗੇ, ਦੇਖੋ ਗੱਲ ਕਲੀਅਰ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਅਕਾਲੀ ਦਲ ਜਾਂ ਬਾਦਲ ਪਰਿਵਾਰ ਬਿਲਕੁਲ ਸ਼ਾਮਲ ਨਹੀਂ ਹੋ ਸਕਦਾ। ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਡੀ ਨਲਾਇਕੀ ਸੀ ਕਿ ਉਸ ਸਮੇਂ ਦੇ ਵਿੱਚ ਹਾਲਾਤ ਜੋ ਬਣੇ, ਉਹਨਾਂ ਹਾਲਾਤਾਂ 'ਚ ਅਸੀਂ ਦੋਸ਼ੀਆਂ ਨੂੰ ਫੜ ਕੇ ਅੰਦਰ ਨਹੀਂ ਦੇ ਸਕੇ। ਇਹ ਤੁਹਾਡੀ ਗੱਲ ਆ ਗਈ, ਇਸ ਕਸੂਰ ਤੋਂ ਮੈਂ ਭਾਜਦਾ ਸੀਗਾ। ਬਿਲਕੁਲ ਗੋਲੀ ਕਲੀਅਰ ਕੀਤਾ। ਮੈਂ ਮਿੱਡਾ ਸਾਹਿਬ ਮੈਂ ਕਾਈਂਡਲੀ ਇੱਕ ਮਿੰਟ ਦੇ ਦਿਓ ਜੀ। ਗੋਲੀ ਚੱਲਣ ਵਾਲੇ ਕੋਟਕਪੂਰਾ ਦਾ ਉਸ ਦੇ ਗੋਲੀ ਦਾ ਘਟਨਾ ਚੱਕਰ ਯਾਦ ਕਰੋ। ਤੁਸੀਂ ਗੋਲੇ ਚਲਾਏ, ਗੋਲੀਆਂ ਦੀ ਨਹੀਂ ਗੱਲ, ਗੋਲੇ ਚਲਾਏ। ਉਹ ਗੋਲਿਆਂ ਦਾ ਕੌਣ ਜਵਾਬ ਦਊਗਾ? ਉਹ ਤਾਂ ਸਾਹਮਣੇ ਸੀ। ਹੁਣ ਤਾਂ ਜੇ ਪੁਲਿਸ ਵਾਲੇ ਕੇਸ ਪਾਤਾ, ਡੀਜੀਪੀ ਬਦਲਤਾ, ਬਹੁਤ ਕੁਝ ਕੀਤਾ, ਤੁਸੀਂ ਗੋਲੇ ਚਲਾਏ। ਹੁਣ ਤੁਸੀਂ ਮੈਂ ਕਹਿੰਦਾ ਜੀ ਗੋਲੀ ਚਲਾਉਣੀ ਗਲਤ, ਮੈਂ ਫਿਰ ਅਸੀਂ ਤਾਂ ਕਹਿੰਦੇ ਆ ਵੀ ਗੋਲੀ ਚਲਾਉਣੀ ਗਲਤ ਸੀ, ਸਾਡੇ ਸਮੇਂ ਤੇ ਵਾਪਰੀ ਗੱਲ ਹੈ। ਇਸ ਕਰਕੇ ਅਸੀਂ ਉਸ ਵੇਲੇ ਜਾਗਦੇ ਮੁੱਖ ਮੰਤਰੀ
ਜਾਗਦੇ ਮੁੱਖ ਮੰਤਰੀ ਔਰ ਉੱਥੋਂ ਦੇ ਵਿਧਾਇਕ ਆਪਸ ਚ ਗੱਲ ਕਰ ਰਹੇ ਸਨ, ਫਿਰ ਵੀ ਗੋਲੀ ਚੱਲ ਗਈ। ਮਿੱਠਾ ਜੀ ਗਰੇਵਾਲ ਸਾਹਿਬ, ਤੁਹਾਡੇ ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਆਪਾਂ ਅਮਰਿੰਦਰ ਜੀ ਤੋਂ ਵੀ ਸਵਾਲ ਹੈ। ਕੋਈ ਘਟਨਾ ਵਾਪਰਦੀ ਹੈ ਪੰਜਾਬ ਦੇ ਵਿੱਚ, ਮੁੱਖ ਮੰਤਰੀ ਗੱਲ ਨਹੀਂ ਕਰੇਗਾ ਆਪਦੇ ਐਮਐਲਏ ਨਾਲ, ਹੋਰ ਕਿਹਦੇ ਨਾਲ ਕਰੇਗਾ? ਤੁਸੀਂ ਦੱਸੋ, ਤੁਹਾਡੇ ਰਾਜਕਾਲ ਦੇ ਵਿੱਚ ਕੋਈ ਘਟਨਾ ਵਾਪਰਦੀ ਆ, ਕੱਲ ਨੂੰ ਕੋਈ ਰੱਬ ਨਾ ਕਰੇ ਐਸੀ ਕੁਝ ਐਕਸੀਡੈਂਟ ਹੋ ਗਿਆ, ਕੁਝ ਵੀ ਹੋਇਆ, ਜੋ ਕੁਝ ਵੀ ਵਾਪਰ ਗਿਆ, ਕੀ ਚੰਨੀ ਜੀ ਆ ਤੁਹਾਡੇ ਨਾਲ ਗੱਲ ਨਹੀਂ ਕਰਨਗੇ ਤੁਸੀਂ ਇਲਾਕੇ ਦੇ ਵਿੱਚ? ਇਹ ਗੱਲਾਂ ਨੂੰ ਚਲੋ ਜੀ ਗਰੇਵਾਲ ਜੀ, ਤੁਹਾਡਾ ਵਿਊ ਪੁਆਇੰਟ ਵੀ ਆ ਗਿਆ, ਇਹ ਗੱਲ ਨੂੰ ਮਿੱਠਾ ਜੀ ਦਾ ਵੀ ਆ ਗਿਆ, ਲੋਕ ਤੁਹਾਨੂੰ ਜੀ ਚੰਗਾ ਕਹਿਣਗੇ ਇਸ ਗੱਲ ਜੀ ਗਰੇਵਾਲ ਜੀ, ਦੋਨਾਂ ਦੇ ਵਿਊ ਪੁਆਇੰਟ ਆ ਗਏ। ਅਮਰਿੰਦਰ ਜੀ, ਇਸ ਮੁੱਦੇ ਤੇ ਬਹੁਤ ਵੱਡਾ ਸਵਾਲ ਹਾਈ ਹੈ, ਭਾਵੁਕ ਵੀ ਹੈ, ਔਰ ਕੋਈ ਵੀ ਨਹੀਂ ਚਾਹੇਗਾ ਕਿ ਬਿਨਾਂ ਵਜ੍ਹਾ ਦੇ ਸਾਡੇ ਉੱਤੇ ਦੋਸ਼ ਲੱਗਣ। ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਅਕਾਲੀ ਖਾਸ ਤੌਰ ਤੇ ਬਾਦਲ ਦਲ ਦੀ ਗੱਲ ਕਰਦੇ ਹਾਂ, ਬਾਦਲ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਸਾਜ਼ਿਸ਼ ਅਧੀਨ ਉਹਨਾਂ ਨੂੰ ਫਸਾਉਣ ਦੀਆਂ ਸਾਰੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਿਹੜਾ ਵੀ ਦੋਸ਼ੀ ਹੋਏਗਾ ਅਸੀਂ ਕਦੇ ਵੀ ਉਹਦੀ ਹਮਾਇਤ ਨਹੀਂ ਕਰਾਂਗੇ। ਜੀ ਅਮਰਿੰਦਰ ਜੀ, ਤੁਸੀਂ ਵੀ ਇਹ ਗੱਲ ਕਹਿ ਰਹੇ ਸੀ ਕਿ ਨਹੀਂ ਜੀ ਇਹਦੇ ਚਾਹੁੰਦੇ ਆ। ਬਿਲਕੁਲ ਸਿੱਧੂ ਸਾਹਿਬ, ਦੇਖੋ ਜੋ ਮੈਂ ਦੋਨੋਂ ਬੁਲਾਰਿਆਂ ਦੇ ਵਿਊ ਪੁਆਇੰਟ ਸੁਣੇ ਹੈ, ਪਤਾ ਕਿ ਅਸੀਂ ਇਸ ਸਾਰੀ ਜਿਹੜੀ ਸਾਡੀ ਡਿਬੇਟ ਹੋ ਰਹੀ ਹੈ ਦੀ ਡਾਇਰੈਕਸ਼ਨ ਆਪਾਂ ਚੇਂਜ ਕਰ ਰਹੇ ਹਾਂ। ਜੇਕਰ ਆਪਾਂ ਪਰਸਨੈਲਿਟੀਜ਼ ਦੀ ਗੱਲ ਕਰੀਏ ਤੇ ਜੋ ਪੰਜਾਬ ਦੇ ਵਿੱਚ ਮਿਲੀਟੈਂਸੀ ਚੱਲੀ ਹੈ, ਬਲੂ ਸਟਾਰ ਦਾ ਪੀਰੀਅਡ ਹੈ, ਬਲੂ ਸਟਾਰ ਪ੍ਰੀ ਬਲੂ ਸਟਾਰ ਹੈ, ਆਫਟਰ ਬਲੂ ਸਟਾਰ ਹੈ, ਦੋਨੋਂ ਪਾਰਟੀਆਂ ਦੇ ਵਿੱਚ ਦੋਨੋਂ ਮਾਈਂਡਸੈਟ ਦੇ ਬੰਦੇ ਹੈਗੇ ਆ। ਜੇ ਕਾਂਗਰਸ ਦੇ ਵਿੱਚ ਮੇਰੀ ਗੁਜ਼ਾਰਿਸ਼ ਹੈ ਆਪਾਂ ਮੁੱਦੇ ਤੇ ਜੀ ਅਮਰਿੰਦਰ ਜੀ, ਮੇਰੀ ਗੁਜ਼ਾਰਿਸ਼ ਹੈ ਕਿ ਮੁੱਦੇ ਤੇ ਗੱਲ ਕਰੀਏ ਆਪਾਂ। ਮੈਂ ਮੁੱਦੇ ਤੇ ਆ ਰਿਹਾ ਤੇ ਜੇ ਆਪਾਂ ਅਕਾਲੀਆਂ ਦੀ ਗੱਲ ਕਰੀਏ ਤੇ ਅਕਾਲੀਆਂ ਦੇ ਵਿੱਚ ਵੀ ਹਰਚੰਦ ਸਿੰਘ ਲੌਂਗੋਵਾਲ ਬੈਠਾ, ਸੁਰਜੀਤ ਸਿੰਘ ਬਰਨਾਲਾ ਬੈਠਾ ਤੇ ਉਹ ਬਲਵੰਤ ਸਿੰਘ ਰਾਮੂਵਾਲੀ, ਆਪਣਾ ਬਲਵੰਤ ਸਿੰਘ ਜਿਹੜੇ ਫਾਈਨੈਂਸ ਮਿਨਿਸਟਰ ਉਹ ਬੈਠੇ ਜਿਨ੍ਹਾਂ ਨੇ ਬਲੈਕ ਥੰਡਰ ਕਰਵਾਇਆ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਈ ਇੱਕੋ ਪਾਰਟੀ ਨੇ ਕੀਤਾ, ਦੋਨੋਂ ਪਾਰਟੀਆਂ ਨੇ ਟਾਈਮ ਟੂ ਟਾਈਮ ਆਪਣੇ ਮਤਲਬ ਕਨਵੀਨੀਅੰਸ ਦੇ ਮੁਤਾਬਕ ਸਾਰਾ ਕੁਝ ਕੀਤਾ ਤੇ ਇਹ ਮਸਲਾ ਨਹੀਂ ਹੈ। ਹੁਣ ਅੱਜ ਦੀ ਤਰੀਕ ਦੇ ਵਿੱਚ ਵੀ ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤੇ ਉਹ ਇੱਕ ਪਾਸੇ ਜਦੋਂ ਸਿੱਟ ਉਹਨਾਂ ਨੂੰ ਬੁਲਾਉਂਦੀ ਹੈ ਉਹ ਕਹਿ ਦਿੰਦਾ ਮੈਂ ਬਿਮਾਰ ਹਾਂ, ਮੈਨੂੰ ਟਾਈਮ ਦੇ ਦਿਓ ਹੋਰ, ਤੇ ਜਦੋਂ ਮਾਇਆਵਤੀ ਨਾਲ ਫੋਨ ਤੇ ਗੱਲਾਂ ਸਾਹਮਣੇ ਆਉਂਦੀਆਂ ਤੇ ਉਹ ਕਹਿੰਦਾ ਮੈਂ ਬਿਲਕੁਲ ਹੇਲ ਐਂਡ ਹਾਰਟੀਆਂ, ਆ ਜਾਓ ਇਲੈਕਸ਼ਨ ਲੜेंगे, ਆ ਜਾਓ ਮੈਂ ਤੁਹਾਡੀ ਮਦਦ ਕਰੂੰਗਾ, ਤੇ ਉਹ ਬਿਲਕੁਲ ਨਵੰਬਰ 9 ਦਿਖਦੇ ਆ। ਸੋ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤਫਤੀਸ਼ ਦੀ ਗੱਲ ਆਉਂਦੀ ਹੈ ਉਦੋਂ ਉਹ ਕਹਿ ਦਿੰਦਾ ਜੀ ਮੈਨੂੰ ਟਾਈਮ ਦੇ ਦਿਓ ਜੀ, 1 ਮਹੀਨੇ ਤੱਕ ਮੈਨੂੰ ਡਾਕਟਰਾਂ ਨੇ ਮਨਾ ਕੀਤਾ। ਸੋ ਇਹ ਜਿਹੜੀ ਕੰਟਰੋਡਿਕਸ਼ਨ ਪਬਲਿਕ ਦੇ ਵਿੱਚ ਆ ਰਹੀ ਹੈ, ਅੱਜ ਕੱਲ੍ਹ ਮੀਡੀਆ ਬਹੁਤ ਫਾਸਟ ਹੋ ਗਿਆ, ਪਬਲਿਕ ਤੋਂ ਕੋਈ ਚੀਜ਼ ਲੁਕਣੀ ਬੜੀ ਔਖੀ ਹੋ ਚੁੱਕੀ ਹੈ। ਇਸ ਦੇ ਵਿੱਚ ਆਪਾਂ ਨੂੰ ਗੱਲ ਕਲੈਰਿਟੀ ਦੇ ਨਾਲ ਕਰਨੀ ਚਾਹੀਦੀ ਹੈ। ਸੋ ਜਿਹੜੀ ਚੀਜ਼ ਅਸੈਪਟ ਕਰਨ ਵਾਲੀ ਹੈਗੀ ਹੈ ਉਹ ਗਰੇਵਾਲ ਸਾਹਿਬ ਨੂੰ ਅਸੈਪਟ ਕਰਨੀ ਚਾਹੀਦੀ ਹੈ ਤੇ ਮਿੱਡਾ ਸਾਹਿਬ ਨੂੰ ਵੀ ਅਸੈਪਟ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਮੁੱਖ ਮੰਤਰੀ ਜਿਹੜੇ ਹੈ ਉਹਨਾਂ ਨੇ ਬਹੁਤ ਵੱਡੀ ਨਲਾਇਕੀ ਕੈਪਟਨ ਸਾਹਿਬ ਨੇ ਕੀਤੀ ਹੈ ਤੇ 4.5 ਸਾਲ ਉਹ ਇਸ ਇਸ਼ੂ ਨੂੰ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਕੇ ਉਹਨਾਂ ਨੇ ਉਹਨਾਂ ਦੀ ਭਾਵਨਾਵਾਂ ਦੇ ਨਾਲ ਖੇਡਿਆ ਤੇ ਇਹਨਾਂ ਨੂੰ ਬਹੁਤ ਜਲਦੀ ਉਹਨਾਂ ਨੂੰ ਤੋੜ ਦੇਣਾ ਚਾਹੀਦਾ ਸੀ। ਜਿਹੜਾ ਇਹਨਾਂ ਨੇ 4.5 ਸਾਲ ਵੇਟ ਕੀਤੀ ਹੈ, ਖੁਦ ਗੁਨਾਹਗਾਰ ਹੈ ਕਿ 4.5 ਸਾਲ ਇਹਨਾਂ ਨੇ ਐਸੇ ਬੰਦੇ ਨੂੰ ਕਿਉਂ ਬਰਦਾਸ਼ਤ ਕੀਤਾ ਜਿਹੜਾ ਕਿ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਪੰਜਾਬ ਦੀ ਪਬਲਿਕ ਨੂੰ ਬੇਵਕੂਫ ਬਣਾਉਂਦਾ ਰਿਹਾ, 4.5 ਸਾਲ ਬਣਾਉਂਦਾ ਰਿਹਾ ਤੇ ਬੈਠੇ ਦੇਖੀ ਗਏ। ਇਹਦੇ ਬਾਰੇ ਕੀ ਕਹਿੰਦੇ ਆ ਮਿੱਡਾ ਸਾਹਿਬ? ਤੇ ਇਹ ਮਤਲਬ ਬਹੁਤ ਸੀਰੀਅਸ ਇਸ਼ੂ ਹੈ ਤੇ ਜਿੱਥੇ ਤੱਕ ਬੇਅਦਬੀ ਦਾ ਮਸਲਾ ਹੈ, ਚੰਨੀ ਜੀ ਕਹਿ ਰਹੇ ਆ ਕਿ ਮੈਂ ਬੇਅਦਬੀ ਦੇ ਉੱਪਰ ਕੁਛ ਨਾ ਕੁਛ ਪੰਜਾਬ ਦੀ ਜਨਤਾ ਨੂੰ ਫੈਸਲਾ ਸੁਣਾਵਾਂਗਾ। ਖਾਲੀ ਬੇਅਦਬੀ ਕੋਟਕਪੂਰਾ ਬਹਿਬਲ ਕਲਾ ਬਰਗਾੜੀ ਦੇ ਮਸਲਾ ਨਹੀਂ ਹੈ। ਮਸਲਾ ਹੋਇਆ ਜਿਹੜਾ ਐਸਜੀਪੀਸੀ ਦੇ ਵਿੱਚ ਸਰੂਪ ਗਾਇਬ ਹੋਏ ਆ, ਉਹ ਵੀ ਬੇਅਦਬੀ ਹੈ, ਉਹਦੀ ਡੋਮੇਨ ਵੀ ਚੰਨੀ ਸਾਹਿਬ ਦੇ ਕੋਲ ਆਉਂਦੀ ਹੈ ਕਿ ਉਹ ਜਿਹੜੀ FIR ਕੱਟੀ ਹੋਈ ਹੈ ਉਹਦੀ ਤਫਤੀਸ਼ ਕਰਨਗੇ ਕਿ ਉਹ ਸਰੂਪ ਆਖਰ ਕਿੱਥੇ ਚਲੇ ਗਏ। ਉਹੀ ਤਾਂ ਨਹੀਂ ਬੇਅਦਬੀ ਦੇ ਵਿੱਚ ਵਰਤੇ ਗਏ, ਉਹੀ ਸਰੂਪਾਂ ਦੀ ਤਾਂ ਨਹੀਂ ਬੇਅਦਬੀ ਕੀਤੀ ਗਈ। ਇਹ ਬਹੁਤ ਵੱਡਾ ਸਕੈਂਡਲ ਹੈ ਇਹ। ਸੋ ਇਸ ਨੂੰ ਪਏਗਾ ਤੇ ਮੇਰੀ ਤੁਹਾਡੇ ਰਾਹੀਂ ਤੇ ਮਿੱਡਾ ਸਾਹਿਬ ਦੇ ਰਾਹੀਂ ਵੀ ਚੰਨੀ ਜੀ ਤੇ ਗੱਲ ਪਛਾਣ ਕਿ ਬਈ ਖਾਲੀ ਬੇਅਦਬੀ ਜਿਹੜੀ ਹੈ ਜਿਹੜੀ ਕੋਟਕਪੂਰਾ ਔਰ ਉੱਥੇ ਹੋਈ ਹੈ ਬਹਿਬਲ ਕਲਾਂ ਬਰਗਾੜੀ ਦਾ ਇਸ਼ੂ ਨਹੀਂ ਹੈ, ਇਹ ਪੂਰੀ ਚੇਨ ਹੈ, ਸਾਰੀ ਬੇਅਦਬੀਆਂ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਜਿਹੜੀ ਜੀ ਅਮਰਿੰਦਰ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਜੀ ਅਮਰਿੰਦਰ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਰੂਪ ਖੁਰਦ ਉਹਨਾਂ ਦੀ ਵੀ ਤਫਤੀਸ਼ ਹੋਣੀ ਚਾਹੀਦੀ ਹੈ। ਓਕੇ, ਮਿਹਰਬਾਨੀ। ਗਰੇਵਾਲ ਸਾਹਿਬ, ਪਹਿਲਾਂ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ। ਜਿਹੜੇ ਸਵਾਲ ਉਹਨਾਂ ਨੇ ਖੜੇ ਕੀਤੇ ਆ, ਉਹਨਾਂ ਨੇ ਕਿਹਾ ਕਿ ਲੌਂਗੋਵਾਲ ਦੀ ਗੱਲ ਕਰ ਲਈਏ, ਬਰਨਾਲਾ ਦੀ ਗੱਲ ਕਰ ਲਈਏ, ਬੇਅਦਬੀ ਦੇ ਮੁੱਦੇ ਤੇ ਲੈ ਕੇ ਗੱਲ ਕਰ ਲਈਏ। ਜਿਹੜੀਆਂ ਘਟਨਾਵਾਂ ਵਾਪਰੀਆਂ ਜਿਹਨਾਂ ਲਈ ਦੋਸ਼ੀ ਹੈ ਉਹਨਾਂ ਨੂੰ ਦੋਸ਼ਾਂ ਨੂੰ ਅਸੈਪਟ ਕਰਨਾ ਚਾਹੀਦਾ ਔਰ SGPC ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਲਾਪਤਾ ਹੋਇਆ ਉਸ ਮੁੱਦੇ ਨੂੰ ਵੀ ਉਠਾਇਆ। ਜੀ ਗਰੇਵਾਲ ਜੀ, ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਹਾਡਾ ਜਵਾਬ ਦੇਣਾ ਪਹਿਲਾਂ ਬਣਦਾ। ਮਿੱਡਾ ਜੀ ਪਹਿਲਾਂ ਬਾਅਦ ਚਾਹਾਂਗਾ। ਜੀ ਗਰੇਵਾਲ ਦਾ ਮਸਲਾ ਜਾਂ ਬਰਨਾਲੇ ਦੇ ਮਸਲੇ ਨੂੰ ਕਿਸੇ ਨੇ ਜਸਟੀਫਾਈ ਨਹੀਂ ਕੀਤਾ। ਜੋ ਕੁਝ ਉਹਨਾਂ ਨੇ ਕੀਤਾ ਉਸ ਗੱਲ ਦੀ ਮੁਜੰਮਤ ਦੀ ਵੀ ਹੋਈ ਆ ਤੇ ਉਸ ਗੱਲ ਦਾ ਵਿਰੋਧ ਵੀ ਹੋਇਆ ਤੇ ਮੈਂ ਅੱਜ ਵੀ ਖੜਾ, ਜਿੱਥੇ ਮਰਜ਼ੀ ਖੜ ਕੇ ਘਵਾਲੋ। ਤੁਹਾਡੀ ਚ ਮੈਂ ਲਾਈਵ ਤੇ ਗੱਲ ਕਰਦਾ, ਅਕਾਲੀ ਦਲ ਨਾਲ ਬਹੁਤ ਲੰਬੇ ਸਮੇਂ ਤੋਂ ਸੰਬੰਧਿਤ ਹਾਂ। 20 ਅਗਸਤ ਨੂੰ ਲੌਂਗੋਵਾਲ ਦੀ ਬਰਸੀ ਮਨਾਈ ਜਾਂਦੀ ਹੈ, ਭਾਵੇਂ ਬੜਾ ਮਾੜਾ ਬੰਦਾ ਨਹੀਂ ਸੀਗਾ, ਪਰ ਜੋ ਕੁਛ ਉਹਨੇ ਕੀਤਾ ਉਹਦੀ ਬਰਸੀ ਤੇ ਜਾਂ ਉਹਦੇ ਦਿਨ ਤਿਉਹਾਰ ਤੇ ਅੱਜ ਤੱਕ ਮੇਰੀ ਸ਼ਮੂਲੀਅਤ ਦਿਖਾ ਦਿਓ, ਕਿਉਂਕਿ ਅਸੀਂ ਜਿਹੜੇ ਬੰਦੇ ਗਲਤ ਸੀ ਜਿਨ੍ਹਾਂ ਨੇ ਇਸ ਵਿੱਚ ਹਿੱਸੇਦਾਰੀ ਬਣੀ ਆ ਉਹਨਾਂ ਨਾਲ ਸਹਿਮਤ ਨਹੀਂ ਹੈਗੇ। ਬਰਨਾਲੇ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ। ਇਸ ਮੁਆਵਜ਼ੇ 'ਚ ਉਹਨਾਂ ਨੇ ਜਿਹੜੀਆਂ ਬੇਟੇ ਨੂੰ ਲਾਇਆ ਜਾ ਸਕਦਾ ਪਤਾ ਹੁਣ ਜਿਹੜੀ ਉਹਦੇ ਬੇਟੇ ਨੂੰ ਅਕਾਲੀ ਦਲ 'ਚ ਲਾਇਆ ਜਾ ਸਕਦਾ।
ਬਹੁਤ ਉਹ ਸਾਰੇ ਕਹਿੰਦੇ ਜੀ ਉਹਨਾਂ ਦੇ ਬੇਟੇ ਨੂੰ ਅਕਾਲੀ ਦਲ ਚ ਰਲਾਇਆ ਜਾ ਸਕਦਾ। ਗੱਲ ਬਰਨਾਲੇ ਦੀ ਕਰਦੇ ਮੈਂ ਮੈਂ ਹੁਣ ਗੱਲ ਕਰਦਾ। ਬੇਟਾ ਜੀ ਮੈਂ ਤੁਹਾਡੇ ਤੇ ਆਉਣਾ। ਅਮਰਿੰਦਰ ਜੀ ਤੁਸੀਂ ਠੀਕ ਆ, ਤੁਹਾਡਾ ਜਿਹੜਾ ਮਤ ਹੈ ਹੋ ਸਕਦਾ ਮੇਰੇ ਨਾਲ ਠੀਕ ਹੋਵੇ, ਅਕਾਲੀ ਦਲ ਨਾਲ ਨਾ ਠੀਕ ਹੋਵੇ, ਕੋਈ ਗੱਲ ਨਹੀਂ, ਕੋਈ ਐਸੀ ਗੱਲ ਨਹੀਂ। ਤੁਸੀਂ ਇਸ ਮਾਮਲੇ ਵਿੱਚ ਕਾਂਗਰਸ ਨੂੰ ਬਚਾਓ ਨਾ। ਜੋ ਦਰਬਾਰ ਸਾਹਿਬ ਦੇ ਵਿੱਚ ਜੋ ਅਨੰਦਪੁਰ ਸਾਹਿਬ ਬੇਅਦਬੀ ਹੋਈ ਹੈ, ਮੇਰੀ ਸੁਣੋ ਗੱਲ, ਜੋ ਅਨੰਦਪੁਰ ਸਾਹਿਬ ਬੇਅਦਬੀ ਹੋਈ ਹੈ, ਉਸ ਬੇਅਦਬੀ ਜਿਹੜਾ ਬੰਦਾ ਫੜਿਆ ਗਿਆ ਉਹ ਬੰਦੇ ਦਾ ਜਿਹੜਾ ਸਿੱਧਾ ਸੰਬੰਧ ਆ ਉਹ ਡੇਰੇ ਨਾਲ, ਉਸ ਬੰਦੇ ਦੇ ਸਬੂਤ ਆ ਗਏ ਨੇ, ਸਾਰਾ ਕੁਝ ਹੋ ਗਿਆ। ਪੁਲਿਸ ਉਸ ਗੱਲ ਤੇ ਕਿਨਾ ਸਿਰੇ ਤੇ ਆ ਨਹੀਂ ਰਹੀ। ਪੁਲਿਸ ਇਹ ਗੱਲ ਕਹਿ ਰਹੀ ਹੈ, ਚੰਨੀ ਸਾਹਿਬ ਦੀ ਪੁਲਿਸ ਇਹ ਗੱਲ ਕਹਿ ਰਹੀ, ਮੇਰੀ ਸੁਣੋ, ਚੰਨੀ ਸਾਹਿਬ ਦੀ ਪੁਲਿਸ ਇਹ ਕਹਿ ਰਹੀ ਆ ਕਿ ਨਹੀਂ ਜੀ ਉਹਦਾ ਐਸਪੀ ਦਾ ਜਿਹੜਾ ਪ੍ਰੈਸ ਕਾਨਫਰੰਸ ਆ ਉਹ ਕਹਿੰਦਾ ਜੀ ਦਿਮਾਗੀ ਤਵਜਨ ਫਿਰਿਆ ਹੋਇਆ। ਤੁਸੀਂ ਆਪ ਦੱਸੋ ਕਿਨਾ ਅਮਰਿੰਦਰ ਜੀ ਦਿਮਾਗੀ। ਦੂਜੀ ਮੈਂ ਤੁਹਾਨੂੰ ਆ ਮੇਰੀ ਸੁਣੋ ਗੱਲ, ਮੈਂ ਤਾਜ਼ੀ ਗੱਲ ਦੱਸਦਾ ਜੀ ਗਰੇਵਾਲ ਜੀ ਜ਼ਰੂਰ, ਮੇਰੀ ਮਜਬੂਰੀ ਹੈ ਸੰਖੇਪ ਪੁਲਿਸ ਨੇ ਫੜ ਕੇ ਸੰਗਤਾਂ ਨੇ ਫੜਾਇਆ, ਪੁਲਿਸ ਨੇ ਉਹ ਛੱਡ ਦਿੱਤਾ, ਮੌਕੇ ਤੇ ਫੜਿਆ ਬੰਦਾ। ਇਸ ਗੱਲ ਦਾ ਹੁਣ ਤੁਸੀਂ ਕੀ ਜਵਾਬ ਦੋਗੇ? ਉਹ ਸਰਕਾਰ ਦੇ ਵਿੱਚ 100 ਕਿੰਨੇ ਬੇਅਦਬੀਆਂ ਹੋਈਆਂ। ਸੋ ਬੇਟਾ ਜੀ ਇਸ ਗੱਲ ਦਾ ਖਿਆਲ ਕਰੋ, ਇਹ ਕਿਉਂ ਹੋ ਰਿਹਾ? ਆਪਾਂ ਜਵਾਬ ਲੈ ਲਈਏ ਜੀ ਗਰੇਵਾਲ ਜੀ। ਇਹ ਤਾਂ ਰਾਜਨੀਤੀ ਨਾ ਕਰੋ, ਕੱਲੇ ਬਾਦਲਾਂ ਨੂੰ ਫੜ ਕੇ ਕਰਨ ਵਾਲਾ ਇਸ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਲੋਕ ਤੁਹਾਨੂੰ ਫਿਰ ਵੀ ਸਵਾਲ ਪੁੱਛਣਗੇ, ਸਾਨੂੰ ਇਹ ਸਵਾਲ ਦਾ ਜਵਾਬ ਚਾਹੀਦਾ। ਅਸੀਂ ਕਹਿੰਦੇ ਆ ਤੁਸੀਂ ਲੱਭੋ, ਤੁਹਾਡੇ ਕੋਲ ਪਾਵਰ ਹੈ, ਤੁਹਾਡੇ ਕੋਲ ਫੋਰਸ ਹੈ, ਤੁਹਾਡੇ ਕੋਲ ਪੁਲਿਸ ਹੈ, ਤੁਸੀਂ ਇਹ ਲੱਭੋ ਜੀ। ਗਰੇਵਾਲ ਜੀ ਗੱਲ ਆ ਗਈ ਜੀ, ਗੱਲ ਆ ਗਈ। ਆਖਰੀ ਜਿਹੜਾ ਕਿ ਇਸ ਮੁੱਦੇ ਤੇ ਕਮੈਂਟ ਜਿਹੜਾ ਤੁਹਾਡੇ ਮਿੱਡਾ ਜੀ ਗਰੇਵਾਲ ਜੀ ਨੇ ਕਿਹਾ ਕਿ ਇਹਦੇ ਤੇ ਰਾਜਨੀਤੀ ਨਾ ਕਰੋ, ਬਾਦਲਾਂ ਨੂੰ ਅੰਦਰ ਏਦਾਂ ਫੜ ਕੇ ਰਾਜਨੀਤੀ ਕਰਨ ਦੇ ਨਾਲ ਕੁਝ ਨਹੀਂ ਹੋਣਾ। ਉਹਨਾਂ ਨੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਜਿਹੜੀ ਮੰਦਭਾਗੀ ਘਟਨਾ ਉਹਦਾ ਵੀ ਜ਼ਿਕਰ ਕੀਤਾ ਹੈ, ਜਿਸ ਤਰੀਕੇ ਨਾਲ ਉੱਥੇ ਗੱਲ ਸਾਹਮਣੇ ਆਈ ਹੈ। ਉਹ ਕਹਿੰਦੇ ਪੁਲਿਸ ਉੱਤੇ ਪਰਦਾ ਪਾ ਰਹੀ ਹੈ, ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਬਣਦੀ ਹੈ। ਸੰਖੇਪ ਦੇ ਵਿੱਚ ਮਿੱਡਾ ਜੀ ਸਮਾਂ ਬਹੁਤੀ ਇਜਾਜ਼ਤ ਨਹੀਂ ਦੇ ਰਿਹਾ। ਦੇਖੋ, ਮੈਂ ਜਿਹੜੀ ਇਸ ਗੱਲ ਦੇ ਉੱਤੇ ਅਨੰਦਪੁਰ ਸਾਹਿਬ ਦੀ ਜਿਹੜੀ ਘਟਨਾ ਹੋਈ ਹੈ ਉਸ ਦੇ ਉੱਤੇ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ। ਇਹ ਜਿਹੜੀ ਗੱਲ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆਹ 1-2 ਦਿਨ ਜਿਹੜੇ ਸੀਗੇ ਗਵਰਨਮੈਂਟ ਫਾਰਮ ਹੋਣ ਵਾਲੇ, ਜਿਸ ਦਾ ਅੱਜ ਕੰਪਲੀਟ ਹੋ ਗਿਆ, ਔਰ ਇਸ ਦੇ ਉੱਤੇ ਬਿਲਕੁਲ ਜਿਹੜੇ ਇਹਨਾਂ ਨੇ ਪੁਲਿਸ ਵਾਲੇ ਕਿਸੇ ਵੀ ਦੀ ਗੱਲ ਕੀਤੀ ਹੈ ਕਿ ਉਹਨਾਂ ਕੋਲੇ ਗੱਲ ਆਈ ਔਰ ਉਹਨਾਂ ਨੇ ਉਹਨੂੰ ਛੱਡ ਦਿੱਤਾ। ਇਹ ਤੁਸੀਂ 100 ਮੰਗਲਵਾਰ ਹੀ, ਜ਼ਿਆਦਾ ਦੂਰ ਨਹੀਂ ਮੈਂ ਕਹਿੰਦਾ, 100 ਮੰਗਲਵਾਰ ਹੀ ਇਹ ਸਾਰੇ ਜਿਹੜੇ ਆ ਕਾਫੀ ਜਿਹੜੇ ਆ ਪ੍ਰੀਲਿਮਿਨਰੀ ਤੱਕ ਸਾਹਮਣੇ ਆ ਗਏ ਨੇ। ਪਰ ਜਿਹੜੀ ਉਸ ਦੇ ਉੱਤੇ ਹੋਰ ਕਿਸੇ ਨੂੰ ਨੇ ਜਾਣਬੁੱਝ ਕੇ ਇਹ ਇਸ ਤਰ੍ਹਾਂ ਦੀ ਘਟਨਾ ਤਾਂ ਨਹੀਂ ਕਰਾਈ, ਇਸ ਦੇ ਉੱਤੇ ਵੀ ਜਿਹੜੀ ਹੈ ਜਾਂਚ ਬਿਲਕੁਲ 2-4 ਦਿਨਾਂ ਦੇ ਵਿੱਚ ਕਰ ਦਿੱਤੀ ਜਾਏਗੀ। ਅਗਲੀ ਗੱਲ ਜਿਹੜੀ ਹੈ ਅਮਰਿੰਦਰ ਸਿੰਘ ਜੀ ਨੇ ਇਹ ਚੱਕੀ ਹੈ ਕਿ ਦੇਖੋ ਗੱਲ ਇਹ ਠੀਕ ਹੈ ਕਿ ਜਿਹੜਾ ਉੱਥੋਂ ਜਿਹੜੇ ਮਹਾਰਾਜ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਗਾਇਬ ਨੇ, ਔਰ ਉਹ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਸਾਰਿਆਂ ਦੇ ਉੱਤੇ ਉਹ ਵੀ ਸੱਟ ਵੱਜੀ ਹੋਈ ਹੈ, ਔਰ ਉਸ ਦੀ ਵੀ ਜਾਂਚ ਜਿਹੜੀ ਹੈ ਬਹੁਤ ਕਰਾਉਣੀ ਜ਼ਰੂਰੀ ਹੋ ਗਈ ਹੈ। ਉਸ ਦੇ ਵਿੱਚ ਕਈ ਵਾਰ ਅਕਾਲੀ ਦਲ ਇਹੀ ਇਸੇ ਗੱਲ ਨਾਲ ਹਰ ਗੱਲ ਦਾ ਇੱਕ ਵਾਵਰੌਲਾ ਬਣਾ ਲੈਂਦਾ ਹੈ ਕਿ ਇਹ ਜਿਹੜੀ ਹੈ ਸਾਡੇ ਤੇ ਕੋਈ ਸਿਆਸੀ ਕਿਹੜ ਕੱਢ ਰਹੇ ਨੇ। ਪਰ ਜਦੋਂ ਲੋਕ ਉੱਠਦੇ ਨੇ, ਲੋਕ ਜਿਹੜੀ ਹੈ ਮੰਗ ਕਰਦੇ ਨੇ ਕਿ ਮੌਜੂਦਾ ਸਰਕਾਰ ਨੂੰ ਇਹਨਾਂ ਦੀਆਂ ਗੱਲਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਆਪਣਾ ਰੋਲ ਫਰਜ਼ ਨਿਭਾਉਗੀ। ਮਿਹਰਬਾਨੀ ਮਿੱਡਾ ਜੀ, ਗਰੇਵਾਲ ਸਾਹਿਬ, ਅਮਰਿੰਦਰ ਜੀ, ਤਿੰਨੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੁੱਦਾ ਐਸਾ ਹੈ ਕਿ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਲਈ ਇਸ ਮੁੱਦੇ ਤੋਂ ਵੱਡਾ ਹੋਰ ਕੋਈ ਸਵਾਲ ਹੋ ਨਹੀਂ ਸਕਦਾ। ਚਾਹੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ 'ਚ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਜਿੱਦਾਂ ਗਰੇਵਾਲ ਜੀ ਨੇ ਕਿਹਾ, ਉਹ ਮੰਨਦੇ ਆ ਕਿ ਸਾਡੇ ਕੋਲੋਂ ਕਸੂਰ ਹੋਏ ਆ, ਲੋਕਾਂ ਨੇ ਸਜ਼ਾਵਾਂ ਵੀ ਦਿੱਤੀਆਂ। ਕੈਪਟਨ ਅਮਰਿੰਦਰ ਦੀ ਸਰਕਾਰ, ਅਮਰਿੰਦਰ ਜੀ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਚਲਾ ਗਿਆ ਕੁਦਰਤ ਦੇਖਦੀ ਹੈ, ਚਲੋ ਉਹਨਾਂ ਦੇ ਆਪਣੇ ਕਮੈਂਟਸ ਹੈ। ਲਾਸਟ ਦੇ ਵਿੱਚ ਕਾਂਗਰਸ ਦੇ ਬੁਲਾਰੇ ਜਿਸ ਤਰੀਕੇ ਨਾਲ ਰਿੰਪਲ ਮਿੱਡਾ ਜੀ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਤੇ ਜੋ ਵੀ ਹੋਏਗਾ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ, ਸਭ ਤੋਂ ਵੱਡੇ ਸਵਾਲ ਦੇ ਨਾਲ ਹੀ ਮੈਂ ਇਸ ਬਹਿਸ ਨੂੰ ਸਮੇਟ ਰਿਹਾ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ ਹੈ। ਦੁਨੀਆ ਭਰ 'ਚ ਬੈਠੇ ਪੰਜਾਬੀ ਇਸ ਗੱਲ ਦੀ ਉਮੀਦ ਰੱਖਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ, ਮੰਦਭਾਗੀਆਂ ਘਟਨਾਵਾਂ ਦੇ ਮੁੱਦੇ ਤੇ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ। ਇਸ ਲਈ ਅਗਲੇ ਦਿਨਾਂ 'ਚ ਰਹੇਗਾ ਸਾਨੂੰ ਇੰਤਜ਼ਾਰ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਮੁੜ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।